ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਲੇਡੀਜ਼ ਨੇ ਸੜਕ ਦੇ ਉੱਪਰ ਚਲਦਿਆਂ ਤਪਦੀ ਸੜਕ ਦੇ ਉੱਤੇ ਨੰਗੇ ਪੈਰੀ ਬੱਚੇ ਨੂੰ ਜਨਮ ਦੇ ਦਿੱਤਾ ਹੋਵੇ ਤੇ ਨਾੜੂਆ ਵੀ ਨਾ ਕੱਟਿਆ ਗਿਆ ਹੋਵੇ ਤੇ ਉਹਨੂੰ ਕੁਛੜ ਚੁੱਕ ਕੇ ਤੁਰ ਪਈ ਹੋਵੇ। ਐਸਾ ਸ਼ਾਇਦ ਦੁਨੀਆ ਦੇ ਅੰਦਰ ਕਿਤੇ ਵੀ ਨਹੀਂ ਹੈ। ਕੁਦਰਤੀ ਆਫਤ ਦੇ ਵਕਤ ਦੇ ਵਿੱਚ ਜਿੱਥੇ ਕਿ ਸਾਰੀ ਦੁਨੀਆ ਆਪਣੇ ਸਾਰੇ ਰੋਸੇ ਸਾਰੀਆਂ ਨਫ਼ਰਤਾਂ ਭੁਲਾ ਕੇ ਇੱਕ ਦੂਜੇ ਦੀ ਮਦਦ ਕਰ ਰਹੀ ਆ ਤੇ ਸਾਡੇ ਇੱਥੇ ਜਿਹੜੀ ਰਾਜਨੀਤੀ ਆ ਉਹ ਇਸ ਤਰੀਕੇ ਨਾਲ ਚੱਲ ਰਹੀ ਆ ਕਿ ਰਾਜਨੀਤਿਕ ਪੁੱਛ ਰਹੇ ਨੇ ਜਦੋਂ ਵੋਟਾਂ ਦਾ ਟਾਈਮ ਸੀ ਤਾਂ ਤੁਸੀਂ ਝੰਡੀਆਂ ਅਕਾਲੀਆਂ ਦੇ ਲਾਈਆਂ ਹੋਈਆਂ ਸੀ ਤੇ ਜੇ ਅਗਲਾ ਕਹਿੰਦਾ ਬਾਈ ਜੀ ਕੋਈ ਗੱਲ ਨਹੀਂ ਝੰਡੀਆਂ ਸਾਡੀਆਂ ਚਾਹੇ ਅਕਾਲੀਆਂ ਦੀਆਂ ਸੀ ਵੋਟ ਤਾਂ ਅਸੀਂ ਤੁਹਾਨੂੰ ਪਾਈ ਆ ਤੇ ਮੁੜ ਕੇ ਸਾਡੇ ਨੇਤਾ ਜੀ ਕਹਿੰਦੇ ਨੇ ਮੈਂ ਚੂਚਾਂ ਅੱਛਾ ਮੈਂ ਚੂਜ਼ਾਂ ਓਕੇ ਜਿਹੜਾ ਮੈਨੂੰ ਬੇਵਕੂਫ ਸਮਝਦਾ ਜਾਂ ਕੋਈ ਗੱਲ ਨਹੀਂ ਇਹ ਹੋਰਾਂ ਵਾਸਤੇ ਆ। ਤੇ ਜਦੋਂ ਆਪਾਂ ਲੋਕਾਂ ਵਿੱਚ ਵਿਚਰਦੇ ਆ ਤਾਂ ਉੱਥੇ ਪਤਾ ਚੱਲਦਾ ਕਿ ਜਿਹੜੀ 18 ਕਿਲੋ ਦੀ ਕਿੱਟ ਪਿੱਛੋਂ ਸੈਂਟਰ ਤੋਂ ਦੱਸ ਰਹੀ ਆ ਸੈਂਟਰ ਗਵਰਨਮੈਂਟ ਕਿ ਅਸੀਂ ਪੰਜਾਬ ਗਵਰਨਮੈਂਟ ਨੂੰ ਦਿੱਤੀ ਆ ਤੇ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਆਪਦੇ MP ਆਪਦੇ MLA ਆਪਦੇ ਕੌਂਸਲਰ ਆਪਦੇ ਸਰਪੰਚਾਂ ਰਾਹੀਂ ਲੋਕਾਂ ਨੂੰ ਪਹੁੰਚਾਏ ਆ ਤਾਂ ਕਈ ਸਰਪੰਚ ਰੋ ਰਹੇ ਨੇ ਕਿ ਅਸੀਂ ਜੀ 150 ਕਿੱਟਾਂ ਦਾ ਦੱਸਿਆ ਸੀ ਕਿ ਸਾਡੇ ਕੋਲ ਇੰਨੀ ਰਿਕੁਆਇਰਮੈਂਟ ਆ ਇੰਨੇ ਲੋੜਵੰਦ ਪਰਿਵਾਰ ਨੇ ਤੇ ਉੱਥੇ 35 ਕਿੱਟਾਂ ਆ ਰਹੀਆਂ। ਇੱਕ ਵਾਰੀ ਗਿਆ ਦੋ ਵਾਰੀ ਗਿਆ ਸ਼ਾਇਦ ਸੁਣਨ ਵਿੱਚ ਆਇਆ ਖਬਰਾਂ ਵੀ ਲੱਗੀਆਂ ਨੇ ਕਿ ਕਈ ਵਾਰੀ ਵਾਪਸ ਘਰੇ ਆਇਆ ਤੇ ਅੰਤ ਨੂੰ ਉਹਨੇ ਕਈ ਦਿਨਾਂ ਬਾਅਦ ਘਰ ਦੇ ਵਿੱਚ ਹੀ ਫਾਹਾ ਤਿਆਰ ਕੀਤਾ ਤੇ ਫਾਹੇ ਲਟਕ ਗਿਆ ਔਰ ਸੁਸਾਈਡ ਕਰ ਲਿਆ। 5 ਕਿਲੋ ਆਟੇ ਪਿੱਛੇ ਸੁਸਾਈਡ ਕਰ ਲਿਆ ਜੀ ਰਾਸ਼ਨ। ਉਸ ਤੁਹਾਡਾ ਕੋਲ ਤੇ ਇੱਕ ਪਾਸੇ ਉਹ ਪਰਿਵਾਰ ਆ ਜਿਹਨੂੰ ਬਿਲਕੁਲ ਜ਼ਰੂਰਤ ਨਹੀਂ ਉਹਨੂੰ ਅਸੀਂ ਬੁਲਾ ਕੇ ਘਰੇ ਪਹੁੰਚਾ ਰਹੇ ਹਾਂ ਸਿਰਫ ਇਸ ਕਰਕੇ ਕਿਉਂਕਿ ਉਹ ਸਾਡਾ ਵੋਟਰ ਹੈ ਸਾਡਾ ਵੋਟਰ ਹੈ ਸਾਡਾ ਸਪੋਰਟਰ ਹੈ ਔਰ ਆਉਣ ਵਾਲੇ ਸਮੇਂ 'ਚ ਉਹ ਸਾਡੇ ਲਈ ਲੋਕਾਂ ਦੀਆਂ ਵੋਟਾਂ ਇਕੱਠੀਆਂ ਕਰੂਗਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਮੈਂ ਕੋਈ ਨਾ ਕੋਈ ਮੁੱਦਾ ਲੈ ਕੇ ਕੋਈ ਨਾ ਕੋਈ ਸ਼ਖਸੀਅਤ ਲੈ ਕੇ ਤੇ ਕਈ ਵਾਰ ਕਰੰਟ ਇਸ਼ੂ ਦੇ ਉੱਪਰ ਸਾਨੂੰ ਬੜੀ ਜਲਦੀ ਪ੍ਰੋਗਰਾਮ ਕਰਨਾ ਪੈ ਜਾਂਦਾ। ਕੁਝ ਐਸੇ ਮੁੱਦੇ ਹੁੰਦੇ ਨੇ ਜਿਹੜੇ ਕਰੰਟ ਇਸ਼ੂ ਹੁੰਦੇ ਨੇ ਜਿਹੜੇ ਤੁਹਾਡੇ ਅੱਗੇ ਅਪਣਾਉਣੇ ਬੜੇ ਜ਼ਰੂਰੀ ਹੋ ਜਾਂਦੇ ਨੇ। ਜੇ ਮੈਂ ਗੱਲ ਕਰਾਂ ਵੀ ਅਜੋਕੇ ਸਮੇਂ ਦੇ ਅੰਦਰ ਇੱਕ ਬੜੀ ਵੱਡੀ ਮਹਾਮਾਰੀ ਦੇ ਨਾਲ ਪੂਰਾ ਵਿਸ਼ਵ ਲੜ ਰਿਹਾ ਹੈ ਪਰ ਪੂਰੇ ਵਿਸ਼ਵ ਦੇ ਲੜਨ ਦੇ ਤਰੀਕੇ ਆਪੋ ਆਪਣੇ ਨੇ। ਹਰ ਕੋਈ ਆਪਣੀ ਤਕਨੀਕ ਦੇ ਨਾਲ ਇਸ ਬਿਮਾਰੀ ਦਾ ਹੱਲ ਕਰਦਾ ਪਿਆ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕਰਦਾ ਪਿਆ ਪਰ ਜਦੋਂ ਗੱਲ ਅਸੀਂ ਫੌਰਨ ਦੇ ਵਾਂਗੂ ਉੱਥੇ ਲੋਕਡਾਊਨ ਸੀ ਅਸੀਂ ਇੱਥੇ ਲੋਕਡਾਊਨ ਕਰ ਦਿੱਤਾ। ਮੈਂ ਕਹਿੰਦਾ ਚਲੋ ਠੀਕ ਹੈ ਜਨਤਾ ਨੂੰ ਬਚਾਉਣਾ ਹੈ ਅਸੀਂ ਕਿੰਤੂ ਪਰੰਤੂ ਨਹੀਂ ਕਰਦੇ ਅਸੀਂ ਉਹਨਾਂ ਚੀਜ਼ਾਂ ਨੂੰ ਬਕਾਇਦਾ ਫੋਲੋ ਕੀਤਾ ਪਰ ਉੱਥੋਂ ਦੇ ਲੋਕਾਂ ਨੇ ਕਿਸ ਤਰੀਕੇ ਨਾਲ ਲੋਕਾਂ ਦੇ ਅਕਾਊਂਟ ਦੇ ਵਿੱਚ ਪੇਮੈਂਟ ਪਾਈ ਹੈ ਕਿਸ ਤਰੀਕੇ ਨਾਲ ਉਹਨਾਂ ਦੀਆਂ ਤਨਖਾਹਾਂ ਪਾਈਆਂ ਨੇ ਕਿਸ ਤਰੀਕੇ ਨਾਲ ਆਪਣੇ ਲੋਕਾਂ ਨੂੰ ਸੰਭਾਲਿਆ ਮੈਨੂੰ ਨਹੀਂ ਲੱਗਦਾ ਕਿ ਪੂਰੇ ਵਿਸ਼ਵ ਦੇ ਅੰਦਰ ਕਿਤੇ ਵੀ ਲੋਕਾਂ ਨੂੰ ਪੈਦਲ ਚੱਲ ਕੇ ਜਾਣਾ ਪੈਂਦਾ ਹੋਵੇ। ਲੇਡੀਜ਼ ਨੇ ਸੜਕ ਦੇ ਉੱਪਰ ਚਲਦਿਆਂ ਤਪਦੀ ਸੜਕ ਦੇ ਉੱਤੇ ਨੰਗੇ ਪੈਰੀ ਬੱਚੇ ਨੂੰ ਜਨਮ ਦੇ ਦਿੱਤਾ ਹੋਵੇ ਤੇ ਨਾੜੂਆ ਵੀ ਨਾ ਕੱਟਿਆ ਗਿਆ ਹੋਵੇ ਤੇ ਉਹਨੂੰ ਕੁਛੜ ਚੁੱਕ ਕੇ ਤੁਰ ਪਈ ਹੋਵੇ। ਐਸਾ ਸ਼ਾਇਦ ਦੁਨੀਆ ਦੇ ਅੰਦਰ ਕਿਤੇ ਵੀ ਨਹੀਂ ਹੈ ਪਰ ਜਦੋਂ ਉਹਨਾਂ ਹਾਲਾਤਾਂ ਨੂੰ ਵੇਖਦਾ ਮੈਂ ਫਿਰ ਮੈਂ ਕਈ ਵਾਰੀ ਸੋਚਦਾ ਹੁੰਨਾ ਵੀ ਸਮਝ ਨਹੀਂ ਆ ਰਹੀ ਵੀ ਅਸੀਂ ਮੁਕਾਬਲਾ ਬਿਮਾਰੀ ਦਾ ਕਰਦੇ ਪਏ ਹਾਂ ਭੁੱਖਮਰੀ ਦਾ ਕਰਦੇ ਪਏ ਹਾਂ ਕਿਸ ਚੀਜ਼ ਦਾ ਟਾਕਰਾ ਕਿਸ ਚੀਜ਼ ਦਾ ਹੋ ਰਿਹਾ ਹੈ। ਭਾਰਤ ਅਸਲ ਦੇ ਅੰਦਰ ਇੱਕ ਬਿਮਾਰੀ ਨਾਲ ਨਹੀਂ ਲੜਦਾ ਪਿਆ ਬੜੀ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਨਾਲ ਲੜਦਾ ਪਿਆ। ਮੈਂ ਤੇ ਕਈ ਵਾਰੀ ਇੱਥੋਂ ਤੱਕ ਵੀ ਮਹਿਸੂਸ ਕਰਦਾ ਮੈਂ ਸ਼ਾਇਦ ਓਨੀਆਂ ਕਰੋਨਾ ਨਾਲ ਮੌਤਾਂ ਨਾ ਹੋਣ ਜਿੰਨੀਆਂ ਭੁੱਖਮਰੀ ਨਾਲ ਹੋ ਗਈਆਂ ਹੋਣ ਭਾਵੇਂ ਕਿ ਉਹਨਾਂ ਦੇ ਉੱਪਰ ਲੈਵਲ ਆਪਾਂ ਇਹ ਵੀ ਲਾ ਕੇ ਪੇਸ਼ ਕਰ ਦਿਆਂਗੇ ਪਰ ਸੋ ਇਹ ਗੱਲਾਂ ਬੜਾ ਮੰਥਨ ਮੰਗਦੀਆਂ ਨੇ ਵਿਸ਼ਲੇਸ਼ਣ ਚਾਹੀਦਾ ਹੈ ਇਹਦੇ ਉੱਪਰ ਚਿੰਤਕਾਂ ਦੇ ਵਿਚਾਰ ਲਏ ਜਾ ਰਹੇ ਨੇ। ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਹੈ ਸਾਡੀ ਮਹਾਨ ਸ਼ਖਸੀਅਤ ਵੀਰ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਜਿਹੜੇ ਅਕਸਰ ਹੀ ਇਹਨਾਂ ਮੁੱਦਿਆਂ ਦੇ ਉੱਪਰ ਸਮੇਂ-ਸਮੇਂ ਤੇ ਬੋਲਦੇ ਵੀ ਨੇ ਤੇ ਸਾਡੇ ਅਕਾਲ ਚੈਨਲ ਦੇ ਸਹਿਯੋਗੀ ਵੀ ਨੇ ਸਾਡੇ ਕੋਲੋਂ ਅਕਾਲ ਚੈਨਲ ਦੇ ਵਿੱਚੋਂ ਸਹਿਯੋਗ ਲੈ ਕੇ ਤੇ ਉਹਨਾਂ ਲੋੜਵੰਦ ਪਰਿਵਾਰਾਂ ਦੀ ਚੋਣ ਕਰਕੇ ਉੱਥੇ ਪਹੁੰਚਦੇ ਵੀ ਨੇ। ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਕਰੀਬ ਸਾਡੇ ਨਾਲ ਹੀ ਜਦੋਂ ਤੋਂ ਲੋਕਡਾਊਨ ਹੋਇਆ ਸਾਡੀ ਅਕਾਲ ਟੀਮ ਨਿਕਲੀ ਹੋਈ ਹੈ ਉਸੇ ਪ੍ਰਕਾਰ ਸਾਡੇ ਸਹਿਯੋਗੀ ਵੀ ਉਸੇ ਦਿਨ ਤੋਂ ਹੀ ਸੜਕਾਂ ਦੇ ਉੱਪਰ ਨਿਕਲੇ ਹੋਏ ਨੇ। ਆਓ ਇਹਨਾਂ ਦੇ ਕੋਲ ਪੂਰਾ ਮਾਮਲਾ ਜਾਣਦੇ ਹਾਂ ਵੀ ਅਜੋਕੇ ਹਾਲਾਤ ਕੀ ਕਹਿ ਰਹੇ ਨੇ। ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਵੀਰ ਜੀ ਦਾ ਸਵਾਗਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਸਟੂਡੀਓ ਵਿੱਚ ਆਏ ਹੋ ਜੀ। ਧੰਨਵਾਦ ਆਪ ਜੀ ਦਾ ਵੀਰ ਜੀ ਅਕਾਲ ਚੈਨਲ ਦਾ ਅਕਾਲ ਏਡ ਟੀਮ ਦਾ ਸਾਰੀ ਦਾ ਜੀ। ਵੀਰ ਜੀ ਜੇ ਅਜੋਕੇ ਹਾਲਾਤਾਂ ਦੀ ਗੱਲ ਕਰੀਏ ਤੇ ਪਿਛਲਾ ਜਿਹੜਾ ਕਰੀਬ 2.5 ਮਹੀਨੇ ਦਾ ਸਫ਼ਰ ਹੈ ਜੀ ਜਾਂ 2 ਮਹੀਨੇ ਤੋਂ ਉੱਪਰ ਲਾ ਲਈਏ ਆਪਾਂ 2.5 ਪੂਰੇ ਨਾ ਕਹੀਏ ਜਿਹੜਾ 2 ਮਹੀਨੇ ਤੋਂ ਉੱਪਰਲਾ ਸਫ਼ਰ ਹੈ ਇਹਨੂੰ ਬੜੀ ਨੇੜਿਓਂ ਹੋ ਕੇ ਤੁਸੀਂ ਵੇਖਿਆ। ਬਿਲਕੁਲ ਜੀ। ਤੇ ਇਹਨਾਂ ਕੋ ਨੇੜਿਓਂ ਹੋ ਕੇ ਵੇਖਿਆ ਵੀ ਕਿਤੇ ਕਿਤੇ ਹੋ ਸਕਦਾ ਤੁਹਾਡੀ ਆਤਮਾ ਕੁਰਲਾਈ ਵੀ ਹੋਵੇ
ਕਿਉਂਕਿ ਜਦੋਂ ਅਸੀਂ ਵੀ ਦੇਖਦੇ ਹਾਂ ਪੈਰਾਂ ਦੇ ਵਿੱਚ ਛਾਲੇ ਨੇ, ਪੈਰ ਛਿੱਲੇ ਹੋਏ ਨੇ, 8 ਦਿਨ ਤੋਂ ਲਗਾਤਾਰ ਕੋਈ ਸਾਈਕਲ ਚਲਾ ਰਿਹਾ, ਕੋਈ 1 ਮਹੀਨੇ ਤੋਂ ਲਗਾਤਾਰ ਪੈਦਲ ਜਾ ਰਿਹਾ ਹੈ, ਰਸਤੇ ਵਿੱਚ ਡੰਡੇ ਖਾ ਰਿਹਾ, ਚਪੇੜਾਂ ਖਾ ਰਿਹਾ ਹੈ, ਕੋਈ ਰਸਤੇ ਵਿੱਚ ਮਰ ਜਾਂਦਾ, ਕੋਈ ਰਸਤੇ ਵਿੱਚ ਬੱਚੇ ਨੂੰ ਜਨਮ ਦੇ ਰਹੀ ਹੈ, ਕਿਸੇ ਬੱਚੇ ਦੇ ਪੈਰ ਸੜਦੇ ਤਪਦੇ ਪਏ ਨੇ। ਬਿਲਕੁਲ ਸਹੀ। ਇਹ ਸਾਰੀਆਂ ਚੀਜ਼ਾਂ ਦੇਖਦੇ ਹਾਂ, ਜਗ੍ਹਾ ਜਗ੍ਹਾ ਤੇ ਸਿੱਖਾਂ ਵੱਲੋਂ ਲੰਗਰ ਵੀ ਲਾਏ ਹੋਏ ਨੇ ਜੀ, ਉੱਥੇ ਛਕਦੇ ਨੇ, ਪਰ ਕੱਲਾ ਲੰਗਰ ਕੀ ਸਭ ਕੁਝ ਨਹੀਂ ਹੁੰਦਾ। ਜਿਹਦਾ ਬਹੁਤ ਵੱਡਾ ਪੈਂਡਾ ਹੋਵੇ ਉਹਨੂੰ ਬੜਾ ਕੁਝ ਰਾਹ ਦੇ ਵਿੱਚ ਦਿਸਦਾ ਹੈ। ਬਿਲਕੁਲ ਜੀ। ਮੈਂ ਚਾਹਾਂਗਾ ਵੀ ਆ ਜਿਹੜਾ ਪਿਛਲਾ 2 ਮਹੀਨੇ ਦਾ ਵਕਤ ਗੁਜ਼ਰਿਆ ਹੈ, ਜੀ। ਥੋੜੇ ਜਿਹੇ ਦੇ ਹਾਲਾਤਾਂ ਦੇ ਉੱਪਰ ਚਾਨਣਾ ਪਾ ਦਿਓ। ਜੀ ਬਿਲਕੁਲ ਵੀਰ ਜੀ। ਇਹਦਾ ਵੀਰ ਜੀ ਮੈਂ ਅਕਸਰ ਇਹ ਗੱਲ ਡਿਸਕਸ ਕਰਦਾ ਹੁੰਨਾ, ਔਰ ਇਹ ਗੱਲ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਆਮ ਤੌਰ ਤੇ ਸੁਣਨ ਨੂੰ ਆ ਰਹੀ ਹੈ ਕਿ ਪਿਛਲੀਆਂ ਮਤਲਬ ਮੇਰੇ ਦਾਦਾ ਜੀ, ਮੇਰੇ ਪਿਤਾ ਜੀ, ਮੇਰੀ ਔਰ ਮੇਰੇ ਬੇਟੇ ਦੀ ਇਹ 4 ਪੀੜ੍ਹੀਆਂ ਦੇ ਵਿੱਚ ਸ਼ਾਇਦ ਦੁਨੀਆ ਦੇ ਵਿੱਚ ਇਹ ਪਹਿਲੀ ਕੁਦਰਤੀ ਆਫਤ ਆ ਜਿਹਦੇ ਨਾਲ ਇੰਨਾ ਵੱਡਾ ਨੁਕਸਾਨ ਇੰਨੇ ਵੱਡੇ ਪੱਧਰ ਤੇ ਸਾਰੀ ਦੁਨੀਆ ਦੇ ਵਿੱਚ ਹੋ ਰਿਹਾ, ਔਰ ਪੂਰਾ ਵਿਸ਼ਵ ਇਹਦੇ ਤੋਂ ਪੂਰਾ ਡਰਿਆ ਹੋਇਆ, ਸਹਿਮਿਆ ਹੋਇਆ। ਔਰ ਸਭ ਤੋਂ ਵੱਧ ਮੌਤਾਂ ਉਸ ਦੇਸ਼ ਵਿੱਚ ਹੋ ਰਹੀਆਂ ਨੇ ਜਿਹੜਾ ਕਿ ਆਪਣੇ ਆਪ ਨੂੰ ਵਰਲਡ ਪਾਵਰ ਦੱਸਦਾ ਸੀ, ਦੁਨੀਆ ਦਾ ਨੰਬਰ 1 ਦੇਸ਼ ਅਮਰੀਕਾ, ਉਹਦੇ ਵਿੱਚ ਹੋ ਰਹੀਆਂ ਨੇ। ਉਸ ਤੋਂ ਇਲਾਵਾ ਚਾਈਨਾ ਜਿਹੜਾ ਸਭ ਤੋਂ ਵੱਡੀ ਇਕਨੋਮੀ ਆ ਵਰਲਡ ਦੀ, ਉੱਥੋਂ ਸ਼ੁਰੂਆਤ ਹੋ ਰਹੀ ਆ। ਫਿਰ ਯੂਰਪੀਅਨ ਕੰਟਰੀਜ਼, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਨੇ। ਤੇ ਭਾਰਤ ਵਿੱਚ ਅੱਜ ਆਪਾਂ ਦੇਖ ਰਹੇ ਹਾਂ ਕਿ ਡੇਲੀ ਮੌਤਾਂ ਦਾ ਅੰਕੜਾ, ਡੇਲੀ ਜਿਹੜੇ ਕਿ ਸੰਕਰਮਿਤ ਮਰੀਜ਼ ਨੇ ਜਿਨ੍ਹਾਂ ਨੂੰ ਇਨਫੈਕਸ਼ਨ ਹੋ ਰਹੀ ਆ, ਉਹ ਵੀ ਡੇਲੀ ਵੱਧ ਰਹੇ ਨੇ ਜੀ। ਤੇ ਇਹ ਜਿਹੜੇ ਹਾਲਾਤ ਨੇ ਮਤਲਬ ਸਾਡੀਆਂ 4 ਪੀੜ੍ਹੀਆਂ ਦੇ ਵਿੱਚ ਇਹ ਪਹਿਲੀ ਵਾਰੀ ਦੇਖਣ ਨੂੰ ਮਿਲ ਰਹੇ ਨੇ। ਔਰ ਮੈਂ ਹੈਰਾਨ ਆ ਕਿ 1947 ਜਦੋਂ ਤੋਂ ਇਸ ਦੇਸ਼ ਦੇ ਵਿੱਚ, ਜਿਹਨੂੰ ਆਪਾਂ ਕਹਿ ਦਿੰਦੇ ਆ ਸੋ ਕਾਲਡ ਆਜ਼ਾਦੀ ਆਈ ਆ, ਸੁਤੰਤਰ ਹੋਇਆ ਇਹ ਦੇਸ਼, ਅੰਗਰੇਜ਼ਾਂ ਤੋਂ ਪਾਵਰ ਟ੍ਰਾਂਸਫਰ ਹੋ ਕੇ ਭਾਰਤੀਆਂ ਦੇ ਹੱਥ ਵਿੱਚ ਆਈ ਹੈ। ਬਹੁਤ ਵੱਡੀ ਗੱਲ ਕਹਿੰਦੇ ਕਿ ਪਾਵਰ ਟ੍ਰਾਂਸਫਰ, ਪਾਵਰ ਟ੍ਰਾਂਸਫਰ ਸਿਰਫ ਸ਼ਕਤੀ ਦਾ ਹਸਤਾਂਤਰਣ ਹੋਇਆ, ਪਾਵਰ ਟ੍ਰਾਂਸਫਰ ਹੋਈ ਆ। ਰਾਜ ਜੇ ਕਹੀਏ ਕਿ ਸਾਡਾ ਆਇਆ ਜਾਂ ਸਾਡੇ ਲੋਕਾਂ ਦਾ ਆਇਆ, ਸਾਡੇ ਲੋਕਾਂ ਲਈ ਆਇਆ, ਇਹ ਅਜੇ ਨਹੀਂ ਹੋਇਆ। ਔਰ 47 ਤੋਂ ਲੈ ਕੇ 73 ਸਾਲ ਦੀ ਉਮਰ ਦੇ ਵਿੱਚ ਇਸ ਦੇਸ਼ ਦੀ ਆਜ਼ਾਦੀ ਦੀ 73 ਸਾਲ ਦੀ ਉਮਰ ਦੇ ਵਿੱਚ ਇਹ ਪਹਿਲੀ ਕੁਦਰਤੀ ਆਫਤ ਆ ਜਿਹਦੇ ਵਿੱਚ ਪਤਾ ਚੱਲਣਾ ਸੀ ਕਿ ਸਾਡੇ ਵੱਲੋਂ, ਸਾਡੀ ਮੇਰੀ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਦੀ 1 ਵੋਟ ਨਾਲ ਚੁਣੀ ਹੋਈ ਸਟੇਟ ਦੀ ਸਰਕਾਰ, ਸੈਂਟਰ ਦੀ ਸਰਕਾਰ, ਇਹ ਕਿੰਨੇ ਕੁ ਪਾਣੀ ਵਿੱਚ ਨੇ। ਤੇ ਜੇ ਹਰਪ੍ਰੀਤ ਸਿੰਘ ਨੂੰ ਜ਼ਰੂਰਤ ਪੈਂਦੀ ਆ, ਕਿਉਂਕਿ ਹਰਪ੍ਰੀਤ ਸਿੰਘ ਟੈਕਸ ਦਿੰਦਾ, ਹਰਪ੍ਰੀਤ ਸਿੰਘ ਘਰੇ ਜਿਹੜੀ ਵੀ ਚੀਜ਼ ਖਾਣ ਪੀਣ ਵਾਲੀ ਲੈ ਕੇ ਆਉਂਦਾ, ਆਪਦੇ ਬੱਚਿਆਂ ਦੀ ਐਜੂਕੇਸ਼ਨ ਕਰਵਾ ਰਿਹਾ, ਆਪਦੀ ਗੱਡੀ ਚਲਾ ਰਿਹਾ, ਪੈਟਰੋਲ ਗੱਡੀ 'ਚ ਭਰਵਾ ਰਿਹਾ, ਉਸ ਤੋਂ ਇਲਾਵਾ ਜਿਹੜੇ ਕੱਪੜੇ ਲੀੜੇ ਪਹਿਨਦਾ, ਉਹਦਾ ਘਰ ਹੈ, ਹਰੇਕ ਚੀਜ਼ ਦੇ ਉੱਤੇ ਅਸੀਂ ਟੈਕਸ ਇਨਕਲੂਡ ਹੈ। ਬਿਲਕੁਲ ਜੀ, ਉਹ ਟੈਕਸ ਅਸੀਂ ਪੇ ਕਰ ਰਹੇ ਹਾਂ। ਔਰ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੀਆਂ ਸਾਨੂੰ ਰੈਗੂਲਰ ਸੇਵਾਵਾਂ, ਰੈਗੂਲਰ ਲਾਭ ਤਾਂ ਉਹਨਾਂ ਨੇ ਦੇਣੇ ਹੀ ਦੇਣੇ ਨੇ, ਪਰ ਇਹੋ ਜਿਹੀ ਕੁਦਰਤੀ ਆਫਤ ਦੇ ਮੌਕੇ ਉਹਨਾਂ ਨੇ ਸਾਨੂੰ ਗੋਦ ਲੈਣਾ। ਦੇਸ਼ ਦੇ ਵਾਸੀਆਂ ਨੂੰ, ਦੇਸ਼ ਦੇ ਨਾਗਰਿਕਾਂ ਨੂੰ ਉਹਨਾਂ ਨੇ ਗੋਦ ਲੈਣਾ ਇਸ ਤਰ੍ਹਾਂ ਜਿਵੇਂ ਤੁਸੀਂ ਆਪ ਜੀ ਨੇ ਹੁਣੇ ਗੱਲ ਕੀਤੀ ਆ ਕਿ ਇੱਕ ਸਾਡੀ ਭੈਣ, ਇੱਕ ਔਰਤ ਵਿਚਾਰੀ ਰੋਡ ਦੇ ਉੱਤੇ ਤੁਰੀ ਜਾ ਰਹੀ ਆ, 1500 ਕਿਲੋਮੀਟਰ ਦਾ ਸਫ਼ਰ ਉਹਨੇ ਤੈਅ ਕਰਨਾ, ਔਰ ਜਦੋਂ ਉਹ 70 ਥੋੜੇ ਕਿਲੋਮੀਟਰ ਜਾਂਦੀ ਆ ਤਾਂ ਉਸ ਤੋਂ ਬਾਅਦ ਉਹਦੇ ਜੰਮਣ ਪੀੜਾ ਸ਼ੁਰੂ ਹੋ ਜਾਂਦੀ ਆ। 9ਵੇਂ ਮਹੀਨੇ ਦੀ ਉਹ ਗਰਭਵਤੀ ਸੀ ਤੇ ਉਹਦੇ ਬੱਚਾ ਹੋ ਜਾਂਦਾ। ਉਹ ਸਿਰਫ 1 ਘੰਟਾ ਉੱਥੇ ਰੁਕਦੀ ਆ, ਆਪਦੇ ਬੱਚੇ ਨੂੰ ਕੁੱਛੜ ਚੁੱਕਦੀ ਆ ਤੇ ਲੈ ਕੇ ਤੁਰ ਪੈਂਦੀ ਆ 150 ਕਿਲੋਮੀਟਰ, ਫੇਰ ਤੁਰਦੀ ਆ 150 ਕਿਲੋਮੀਟਰ ਬਾਅਦ ਜਾ ਕੇ ਇੱਕ ਸਿੱਖ ਪਰਿਵਾਰ ਉਹਨੂੰ ਸਿਰਫ ਕੱਪੜੇ ਲੀੜੇ ਦਾ ਤੇ ਬਾਕੀ ਸਾਰੀ ਹੈਲਪ ਕਰਕੇ, ਉਹ ਅਗਲੇ ਖਾਣੇ ਪੀਣੇ ਦਾ ਪ੍ਰਬੰਧ ਕਰਕੇ ਵੀ ਉਹਨੂੰ ਅੱਗੇ ਤੋਰਦਾ। ਉਹ ਉਸ ਔਰਤ ਦੇ ਹੱਥ ਵਿੱਚ ਪਾਲੇ ਹੋਏ, ਫੜੇ ਹੋਏ ਬੱਚੇ ਵਾਂਗੂ ਸਰਕਾਰ ਨੂੰ ਚਾਹੀਦਾ ਸੀ ਕਿ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਸੰਭਾਲੇ ਜੀ, ਉਹਨਾਂ ਨੂੰ ਆਪ ਦੀ ਪੀੜਾ ਸਾਈਡ ਦੇ ਉੱਤੇ ਕਰ ਦੇਣੀ ਚਾਹੀਦੀ ਸੀ। ਇਹ ਕੰਮ ਸਰਕਾਰਾਂ ਦਾ ਹੋਣਾ ਚਾਹੀਦਾ ਸੀ, ਇਹ ਕੇਂਦਰ ਸਰਕਾਰ ਦਾ ਹੋਣਾ ਚਾਹੀਦਾ ਸੀ, ਇਹ ਰਾਜ ਸਰਕਾਰ ਦਾ ਹੋਣਾ ਚਾਹੀਦਾ ਸੀ, ਜਦ ਕਿ ਸਰਕਾਰਾਂ ਉੱਥੇ 100% ਫੇਲ ਹੋਈਆਂ ਨੇ ਜੀ। ਔਰ ਲੋਕੀ, ਕਿਉਂਕਿ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਜੇ ਕਿਤੇ ਇਹੋ ਜਿਹਾ ਸਮਾਂ ਆਉਂਦਾ ਤਾਂ ਉਹ ਦੇਖਦੇ ਨੇ ਬਾਹਰਲੇ ਦੇ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਸਾਨੂੰ ਇੰਟਰਨੈਟ ਦੇ ਜ਼ਰੀਏ ਡੇਲੀ ਪਤਾ ਚੱਲਦਾ ਹੈ ਕਿ ਫਲਾਣੇ ਦੇਸ਼ ਵਿੱਚ ਕੋਈ ਇਹੋ ਜਿਹੀ ਤਰਾਸਦੀ ਆਈ ਆ, USA ਵਿੱਚ, ਅਮਰੀਕਾ ਵਿੱਚ ਇਹ ਕੁਝ ਹੋਇਆ ਤਾਂ ਉਹਨਾਂ ਨੇ 1000, 1200, 1500 ਜਾਂ $2000 ਪਰ ਹੈਡ ਹਰੇਕ ਨਾਗਰਿਕ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੱਤੇ ਆ। ਕੈਨੇਡਾ ਨੇ ਆਪਣੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਉੱਥੇ ਪੜ੍ਹਨ ਗਏ ਹੋਏ ਨੇ, ਜਿਹੜੇ ਸਾਡੇ ਬੱਚੇ ਵੀ ਉੱਥੇ ਗਏ ਹੋਏ ਨੇ, ਜੇਕਰ ਉਹ ਕੁਝ ਕੰਡੀਸ਼ਨਾਂ ਨੂੰ ਪੂਰਾ ਕਰਦੇ ਨੇ ਤਾਂ $2,000 ਉਹਨਾਂ ਦੇ ਖਾਤੇ ਵਿੱਚ ਵੀ ਉਹ ਪੇ ਦੇ ਰਹੇ ਨੇ, ਚਾਹੇ ਉਹਨਾਂ ਨੇ ਵਾਪਸੀ ਲੈਣੀ ਆ ਜਾਂ ਕੁਝ ਉੱਤੇ ਇੰਟਰਸਟ ਲੈਣਾ ਆਉਣ ਵਾਲੇ ਸਮੇਂ ਵਿੱਚ, ਉਹ ਅਲੱਗ ਗੱਲ ਆ। ਪਰ ਐਟ ਪ੍ਰੈਜ਼ੈਂਟ ਘੱਟੋ ਘੱਟ ਹੁਣ ਤੇ ਖੜੇ ਨੇ, ਜ਼ਰੂਰਤ ਦੇ ਵਿੱਚ ਤਾਂ ਉਹਨਾਂ ਨੇ ਬਾਹ ਫੜੀ ਹੈ ਨਾ। ਉਸ ਮਾਮਲੇ ਦੇ ਵਿੱਚ ਸਾਡੇ ਨਾਲ ਕੀ ਹੋਇਆ? ਸਾਡੇ ਦੇਸ਼ ਦੇ ਵਿੱਚ ਜਿਹੜਾ ਜਨ ਧਨ ਖਾਤੇ ਖੋਲੇ ਗਏ, ਉਹਨਾਂ ਜਨ ਧਨ ਖਾਤਿਆਂ ਨੂੰ ਉਹ ਲੇਡੀਜ਼ ਦੇ, ਸਾਡੀਆਂ ਮਾਤਾਵਾਂ ਭੈਣਾਂ ਦੇ ਨਾਮ ਦੇ ਉੱਤੇ ਸੀ। ਉਹਨਾਂ ਖਾਤਿਆਂ ਦੇ ਵਿੱਚ ਹੁਣ ਤੱਕ ਮੈਨੂੰ ਜੋ ਸੁਣਨ ਵਿੱਚ ਆਇਆ, ਮੇਰੀ ਜਾਣਕਾਰੀ ਮੁਤਾਬਕ 2 ਵਾਰੀ 500 ਰੁਪਏ ਦੇ ਟ੍ਰਾਂਸਫਰ ਹੋਏ ਨੇ
ਸੈਂਟਰ ਗਵਰਨਮੈਂਟ ਦੇ ਵੱਲੋਂ। ਅੱਛਾ, 2 ਵਾਰੀ। 2 ਵਾਰੀ। ਇਸ ਤੋਂ ਇਲਾਵਾ ਜਿਹੜੇ ਬਿਲੋ ਪਾਵਰਟੀ ਲਾਈਨ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਦੀਆਂ ਕਿੱਟਾਂ ਆਈਆਂ ਨੇ, ਔਰ ਕਿੱਟਾਂ ਕਿੰਨਿਆਂ ਕੁ ਨੂੰ ਆਈਆਂ ਨੇ ਇਹ ਕੋਈ ਗਿਣਤੀ ਦਾ ਕਲੀਅਰ ਨਹੀਂ ਹੈ। ਸੈਂਟਰ ਗਵਰਨਮੈਂਟ ਦੇ ਜਿਹੜੇ ਅੰਕੜੇ ਨੇ ਉਹ ਹੋਰ ਨੇ, ਸਟੇਟ ਗਵਰਨਮੈਂਟ ਦੇ ਅੰਕੜੇ ਹੋਰ ਨੇ, ਤੇ ਜਿਹੜੇ ਕਿਉਂਕਿ ਹੁਣ ਆਪਾਂ ਵਿਚਰ ਰਹੇ ਹਾਂ ਜੀ, ਇੱਥੋਂ ਤੱਕ ਮੈਂ ਧੰਨਵਾਦੀਆਂ ਆਪ ਜੀ ਦਾ, ਸਾਰਿਆਂ ਦਾ, ਅਕਾਲ ਏਡ ਦੀ ਟੀਮ ਦਾ, ਅਕਾਲ ਚੈਨਲ ਦੀ ਟੀਮ ਦਾ, ਕਿਉਂਕਿ ਆਪ ਜੀ ਦੇ ਸਹਿਯੋਗ ਨਾਲ ਅਸੀਂ ਆਪ ਦੇ ਲੁਧਿਆਣਾ ਦੇ ਜਮਾਲਪੁਰ ਅਵਾਣਾ ਪਿੰਡ ਦੇ ਵਿੱਚ ਵੀ ਲਗਭਗ 150-200 ਦੇ ਕਰੀਬ ਪਰਿਵਾਰਾਂ ਨੂੰ ਆਪਾਂ ਰਾਸ਼ਨ ਮੁਹੱਈਆ ਕਰਾਇਆ, ਔਰ ਲਗਭਗ ਇੱਕ ਮਹੀਨੇ ਦਾ ਰਾਸ਼ਨ ਆਪਾਂ ਮੁਹੱਈਆ ਕਰਾਇਆ। ਤੇ ਜਦੋਂ ਆਪਾਂ ਲੋਕਾਂ ਵਿੱਚ ਵਿਚਰਦੇ ਹਾਂ ਤਾਂ ਉੱਥੇ ਪਤਾ ਚੱਲਦਾ ਕਿ ਜਿਹੜੀ 18 ਕਿਲੋ ਦੀ ਕਿੱਟ ਪਿੱਛੋਂ ਸੈਂਟਰ ਤੋਂ ਦੱਸ ਰਹੀ ਆ ਸੈਂਟਰ ਗਵਰਨਮੈਂਟ ਕਿ ਅਸੀਂ ਪੰਜਾਬ ਗਵਰਨਮੈਂਟ ਨੂੰ ਦਿੱਤੀ ਆ, ਤੇ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਆਪਦੇ MP, ਆਪਦੇ MLA, ਆਪਦੇ ਕੌਂਸਲਰ, ਆਪਦੇ ਸਰਪੰਚਾਂ ਰਾਹੀਂ ਲੋਕਾਂ ਨੂੰ ਪਹੁੰਚਾਏ ਆ। ਤਾਂ ਕਈ ਸਰਪੰਚ ਰੋ ਰਹੇ ਨੇ ਕਿ ਅਸੀਂ ਜੀ 150 ਕਿੱਟਾਂ ਦਾ ਦੱਸਿਆ ਸੀ ਕਿ ਸਾਡੇ ਕੋਲ ਇੰਨੀ ਰਿਕੁਆਇਰਮੈਂਟ ਆ, ਇੰਨੇ ਲੋੜਵੰਦ ਪਰਿਵਾਰ ਨੇ, ਤੇ ਉੱਥੇ 35 ਕਿੱਟਾਂ ਆ ਰਹੀਆਂ ਨੇ। ਕਈ ਥਾਂ ਤੇ ਇਹੋ ਜਿਹਾ ਹੋਇਆ ਜਿੱਥੇ ਜ਼ਰੂਰਤ 50 ਦੀ ਸੀ, ਉਹਨਾਂ ਕੋਲ 125 ਪਹੁੰਚੀਆਂ ਹੋਈਆਂ ਨੇ, ਤੇ ਮੁੜ ਕੇ ਉਹ ਅਗਲੇ ਘਰੇ ਰੱਖੀ ਬੈਠੇ ਨੇ, ਚਾਹੇ ਉਹ ਕੌਂਸਲਰ ਨੇ ਇਲਾਕੇ ਦੇ, ਚਾਹੇ ਉਹ ਸਰਪੰਚ ਨੇ, ਚਾਹੇ ਉਹ MLA ਨੇ, ਚਾਹੇ MP ਨੇ। ਉਹ ਇਹ ਦੇਖ ਰਹੇ ਨੇ ਕਿ ਹਾਂਜੀ ਕਿੱਦਾਂ ਜੀ, ਠੀਕ ਆ ਜੀ, ਆ ਗਿਆ ਜੀ, ਮੈਂ ਲੈਣ, ਮੈਂ ਲੋੜਵੰਦ ਆ ਜੀ, ਠੀਕ ਆ ਜੀ, ਤੁਸੀਂ ਲੋੜਵੰਦ ਹੋ। ਵੋਟਾਂ ਵੇਲੇ ਦਾ ਝੰਡੀਆਂ ਤੁਸੀਂ, ਜਿਹੜਾ ਕਾਂਗਰਸੀ ਕੌਂਸਲਰ, MLA ਜਾਂ MP ਆ, ਇਹ ਸ਼ਬਦ ਆਮ ਸੁਣਨ ਨੂੰ ਮਿਲੇ ਨੇ ਇਸ ਸਮੇਂ ਦੇ ਵਿੱਚ ਕਿ ਇਸ ਭਾਈ ਵਕਤ ਦੇ ਵਿੱਚ ਵੀ, ਇਸ ਵਕਤ ਦੇ ਵਿੱਚ, ਕੁਦਰਤੀ ਆਫਤ ਦੇ ਵਕਤ ਦੇ ਵਿੱਚ, ਜਿੱਥੇ ਕਿ ਸਾਰੀ ਦੁਨੀਆ ਆਪਣੇ ਸਾਰੇ ਰੋਸੇ, ਸਾਰੀਆਂ ਨਫ਼ਰਤਾਂ ਭੁਲਾ ਕੇ ਇੱਕ ਦੂਜੇ ਦੀ ਮਦਦ ਕਰ ਰਹੀ ਆ, ਤੇ ਸਾਡੇ ਇੱਥੇ ਜਿਹੜੀ ਰਾਜਨੀਤੀ ਆ ਉਹ ਇਸ ਤਰੀਕੇ ਨਾਲ ਚੱਲ ਰਹੀ ਆ ਕਿ ਰਾਜਨੀਤਿਕ ਪੁੱਛ ਰਹੇ ਨੇ, ਜਦੋਂ ਵੋਟਾਂ ਦਾ ਟਾਈਮ ਸੀ ਤਾਂ ਤੁਸੀਂ ਝੰਡੀਆਂ ਅਕਾਲੀਆਂ ਦੇ ਲਾਈਆਂ ਹੋਈਆਂ ਸੀਗੀਆਂ, ਉਹ ਤੁਹਾਡਾ ਭਲਾ ਹੋ ਜੇ। ਤੇ ਜੇ ਅਗਲਾ ਕਹਿੰਦਾ ਬਾਈ ਜੀ ਕੋਈ ਗੱਲ ਨਹੀਂ, ਝੰਡੀਆਂ ਸਾਡੀਆਂ ਚਾਹੇ ਅਕਾਲੀਆਂ ਦੀਆਂ ਸੀ, ਵੋਟ ਤਾਂ ਅਸੀਂ ਤੁਹਾਨੂੰ ਪਾਈ ਆ, ਤੇ ਮੁੜ ਕੇ ਸਾਡੇ ਨੇਤਾ ਜੀ ਕਹਿੰਦੇ ਨੇ ਮੈਂ ਚੂਚਾਂ, ਅੱਛਾ, ਮੈਂ ਚੂਜ਼ਾਂ, ਓਕੇ, ਜਿਹੜਾ ਮੈਨੂੰ ਬੇਵਕੂਫ ਸਮਝਦਾ, ਜਾਂ ਕੋਈ ਗੱਲ ਨਹੀਂ, ਇਹ ਹੋਰਾਂ ਵਾਸਤੇ ਆ। ਹੋਰ ਕੌਣ ਨੇ? ਹੋਰ ਉਹ ਨੇ ਜਿਹੜੇ ਕਿ ਗਿਣਤੀ ਦੇ ਚਾਪਲੂਸ, ਜਾਂ ਉਹਨਾਂ ਨੂੰ ਲੱਗਦਾ ਕਿ ਜਿਨ੍ਹਾਂ ਤੋਂ ਅਸੀਂ ਵੋਟ ਲੈਣੀ ਆ, ਮਹੱਲੇ ਦੇ 25 ਘਰ ਨੇ, 30 ਘਰ ਨੇ, 30 ਘਰ ਵਿੱਚੋਂ 2 ਘਰ, ਮੈਂ ਆਪ ਦੀ ਉਦਾਹਰਨ ਦੇ ਸਕਦਾ ਕਿ ਇੱਕ ਮੈਨੂੰ ਪਤਾ ਚੱਲਿਆ, ਇੱਕ ਪਰਿਵਾਰ ਦਾ ਕੋਈ ਨੋਨ ਬੰਦਾ ਗਿਆ, ਉੱਥੋਂ ਨਿਕਲ ਰਿਹਾ ਸੀ ਆਫਿਸ 'ਚ ਕਿਸੇ ਕੌਂਸਲਰ ਦੇ, ਜਦੋਂ ਕੌਂਸਲਰ ਨੇ ਉਹਨੂੰ ਬੁਲਾਇਆ ਤੇ ਬੁਲਾ ਕੇ ਕਹਿੰਦਾ ਵੀ ਭਾਈ ਸਾਹਿਬ ਤੁਹਾਡੇ ਏਰੀਏ, ਤੁਹਾਡੀ ਮੁਹੱਲੇ ਦੇ ਵਿੱਚ ਜਿਹੜੇ ਸਾਰੇ ਜ਼ਰੂਰਤਮੰਦ ਨੇ ਉਹਨਾਂ ਨੂੰ ਰਾਸ਼ਨ ਮਿਲ ਚੁੱਕਿਆ? ਤੇ ਉਸ ਵੀਰ ਨੇ ਜਵਾਬ ਦਿੱਤਾ, ਕਹਿੰਦਾ ਜੀ ਰਾਸ਼ਨ ਮਿਲ ਚੁੱਕਿਆ, ਪਰ ਉਹ ਅਕਾਲ ਏਡ ਦੀ ਟੀਮ ਵੱਲੋਂ ਆਇਆ। ਤੇ ਉਹ ਕਹਿੰਦਾ ਹੈ ਅਕਾਲ ਏਡ ਦੀ ਟੀਮ ਵੱਲੋਂ ਆਇਆ, ਤੇ ਜਿਹੜਾ ਆਪਣੇ ਵੱਲੋਂ ਗਿਆ ਸੀਗਾ, ਮੈਂ ਲਿਸਟ ਬਣਾਈ ਆ, ਇਹਦੇ ਵਿੱਚੋਂ ਆ 2 ਪਰਿਵਾਰ ਜਿਹੜੇ ਰਹਿੰਦੇ ਨੇ, ਕਿਉਂਕਿ ਉਹ 25-30 ਪਰਿਵਾਰਾਂ ਵਿੱਚੋਂ 5 ਪਰਿਵਾਰਾਂ ਨੂੰ ਉਹਨਾਂ ਨੇ ਚੁਣਿਆ ਸੀ ਰਾਸ਼ਨ ਦੇਣ ਲਈ, ਔਰ 18 ਕਿਲੋ ਦੀ ਕਿੱਟ ਘੱਟ ਕੇ ਰਹਿ ਗਈ ਸੀ, 5 ਕਿਲੋ ਆਟਾ, 2 ਕਿਲੋ ਚਾਵਲ, 2 ਕਿਲੋ ਦਾਲ ਤੇ ਕਿਲੋ ਕੁ ਹੋਰ ਸੀ, ਮਤਲਬ 7-8-10 ਕਿਲੋ ਦੀ ਰਹਿ ਗਈ ਸੀ। ਤੇ ਉਸ ਤੋਂ ਇਲਾਵਾ ਉਹ ਕਹਿੰਦਾ ਕਿ ਇਹ 2 ਪਰਿਵਾਰ ਨੇ, ਔਰ ਉਹ 2 ਪਰਿਵਾਰ ਜਿਹੜੇ ਉਹਨੇ ਚੁਣੇ, ਜਿਨ੍ਹਾਂ ਨੂੰ ਕਹਿੰਦਾ ਕਿ ਇਹ ਕਿੱਟ ਲੈ ਜਾ ਤੇ ਉਹਨਾਂ ਨੂੰ ਦੇ ਦੇ, ਉਹ ਫੌਜ ਦੇ ਵਿੱਚ ਇੱਕ ਸਪੈਸ਼ਲ ਵਿੰਗ ਆ, ਉਹਦੇ ਵਿੱਚ ਉਹ ASI ਦੀ ਰੈਂਕ ਦੇ ਉੱਤੇ ਇਸ ਵੇਲੇ ਸਰਵਿਸ ਕਰ ਰਹੇ ਆ, ਜਿਨ੍ਹਾਂ ਦੇ ਘਰੇ ਉਹਨੇ ਕਿੱਟ ਪਹੁੰਚਾਈ, ਜਿਨ੍ਹਾਂ ਨੂੰ ਲੋੜਵੰਦ ਦੱਸ ਰਹੇ ਆ। ਇਹਦਾ ਮਤਲਬ ਇਹ ਹੋ ਗਿਆ ਵੀ ਇਸ ਸਮੇਂ ਦੇ ਉੱਪਰ ਵੀ COVID-19 ਦੇ ਵਿੱਚ ਹਮਦਰਦੀ ਦੇ ਨਾਮ ਤੇ ਵੋਟਾਂ ਪੱਕੀਆਂ ਕੀਤੀਆਂ ਜਾ ਰਹੀਆਂ ਨੇ। ਵੋਟਾਂ ਪੱਕੀਆਂ 100%, ਔਰ ਚੁਣ ਕੇ ਕਿ ਕਿਸ ਮੁਹੱਲੇ ਦੇ ਵਿੱਚ ਕਿਹੜੇ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਨਾਲ ਲਾ ਕੇ ਤੇ ਆਉਣ ਵਾਲੇ ਸਮੇਂ 'ਚ ਵੋਟਾਂ ਵਾਸਤੇ ਆਪਣਾ ਬੇਸ, ਆਪਣੀ ਧਰਾਤਲ ਪੱਕੀ ਕਰ ਰਹੇ ਆ। ਉਸ ਤਰੀਕੇ ਨਾਲ ਚੱਲਿਆ ਜਾ ਰਿਹਾ। ਕਿਉਂ? ਉਹਦਾ ਮੈਂ ਕਾਰਨ ਦੱਸਦਾ, ਕਿਉਂਕਿ ਇੱਕ ਪਾਸੇ ਉਹ ਪਰਿਵਾਰ ਆ ਜਿਹੜਾ ਕਿ ASI ਰੈਂਕ ਤੇ ਉਹਨਾਂ ਦੇ ਘਰੇ ਪਹੁੰਚਾਇਆ ਜਾ ਰਿਹਾ ਰਾਸ਼ਨ, ਇੱਕ ਪਾਸੇ ਸਾਡੇ ਨਾਲ ਹੀ ਜਮਾਲਪੁਰ ਅਵਾਣਾ ਤੋਂ ਸਿਰਫ 2 ਕਿਲੋਮੀਟਰ ਦੂਰ ਆ ਰਾਜੀਵ ਗਾਂਧੀ ਕਲੋਨੀ ਜੀ, ਉੱਥੇ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਆ, ਉਹਨਾਂ ਦੇ 2 ਬੱਚੇ ਨੇ, ਮੀਆਂ ਬੀਵੀ ਨੇ, ਔਰ ਜਿਹੜਾ ਸਰਕਾਰੀ ਰਾਸ਼ਨ ਆ ਰਿਹਾ, ਜਦੋਂ ਅਸੀਂ ਆਨਲਾਈਨ ਅਪਲਾਈ ਕਰਦੇ ਹਾਂ ਤਾਂ ਉਹ ਥਾਣੇ ਸੰਬੰਧਿਤ ਪੁਲਿਸ ਪ੍ਰਸ਼ਾਸਨ ਦੇ ਜ਼ਰੀਏ ਵੰਡਿਆ ਜਾ ਰਿਹਾ, ਕਿਉਂਕਿ ਪੁਲਿਸ ਪ੍ਰਸ਼ਾਸਨ ਹੀ ਸਾਰੀ ਡਿਊਟੀ ਨਿਭਾ ਰਹੀ ਹੈ। ਜਿਹੜਾ ਆਨਲਾਈਨ ਰਾਸ਼ਨ ਆ ਜੀ, ਇਹ ਅਪਲਾਈ ਕਿੱਥੇ ਕਰਨਾ ਪੈਂਦਾ ਹੈ? ਇਹ COVID-19 ਐਪ ਹੈ ਕਿ ਉਹਦੇ ਜ਼ਰੀਏ ਵੀ ਅਪਲਾਈ ਹੋ ਰਿਹਾ, ਜਾਂ ਸੰਬੰਧਿਤ ਸਰਪੰਚ ਜਾਂ ਇਲਾਕਾ ਕੌਂਸਲਰ, ਮਿਊਨਿਸਪਲ ਕਾਰਪੋਰੇਸ਼ਨ ਆ ਜਿੱਥੇ, ਤੇ ਉਹਨਾਂ ਦੇ ਜ਼ਰੀਏ ਜਾਂ MLA ਦੇ ਜ਼ਰੀਏ ਉਹ ਆਪਣੀਆਂ ਲਿਸਟਾਂ ਤਿਆਰ ਕਰਵਾ ਰਹੇ ਨੇ। ਠੀਕ ਹੈ, ਉਹ ਲਿਸਟਾਂ ਤਿਆਰ ਕਰਵਾ ਕੇ ਆਧਾਰ ਕਾਰਡ ਲੈਂਦੇ ਨੇ, ਸਾਰੀ ਡਿਟੇਲ ਲੈਂਦੇ ਨੇ, ਉਹ ਲਿਸਟ ਅੱਗੇ ਪਹੁੰਚਾਈ ਜਾਂਦੀ ਆ, ਉੱਥੋਂ ਉਹਨਾਂ ਸਪਲਾਈ ਆਉਂਦੀ ਆ, ਜਾਂ ਇਹ ਕਹਿ ਰਹੇ ਨੇ ਕਿ ਘੱਟ ਆ ਰਹੀ ਆ, ਉਹਦਾ ਕਿਸੇ ਨੂੰ ਕੁਝ ਨਹੀਂ ਪਤਾ, ਟਰਾਂਸਪੇਰੈਂਸੀ ਕੋਈ ਨਹੀਂ ਹੈ। ਉਹ ਜਦੋਂ ਆ ਜਾਂਦਾ, ਉਸ ਤੋਂ ਬਾਅਦ ਉਹ ਆਪਣੇ ਅੰਦਰ ਰੱਖਦੇ ਨੇ, ਅੰਦਰ ਰੱਖ ਕੇ ਜੋ ਮੈਨੂੰ ਸਾਡੇ ਖੁਦ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਸਾਨੂੰ ਸੁਣਨ 'ਚ ਆਇਆ ਕਿ ਉਹਨਾਂ ਨੇ ਬੈਠ ਕੇ 10 ਕਿਲੋ ਦੀ ਥੈਲੀ ਨੂੰ 5 ਕਿਲੋ ਕੀਤਾ, 2 ਕਿਲੋ ਨੇ ਕਿਲੋ ਕੀਤਾ, ਤੇ ਆਪਦੇ ਜਿਹੜੇ ਖਾਸ ਸੀ ਉਹਨਾਂ ਨੂੰ ਵੰਡ ਕੇ, ਬਾਕੀ ਅਜੇ ਸਮਾਂ, ਕਿਉਂਕਿ ਇੱਕ ਅੰਦਾਜ਼ਾ ਨਹੀਂ ਹੈ ਕਿ ਇਹ ਸਮਾਂ ਕਿੰਨਾ ਟਾਈਮ ਚੱਲੇਗਾ, ਉਹ ਉਹਨਾਂ ਨੇ ਸਟੋਰ ਕਰਕੇ ਰੱਖ ਲਿਆ ਹੋਇਆ ਵੀ ਇਹੀ 15 ਦਿਨ ਰੋਕ ਕੇ ਦੁਬਾਰਾ ਫੇਰ ਦੇ ਦੇਵਾਂਗੇ,
ਨਾਲੇ ਤਾਂ ਨੰਬਰ ਬਣਨਗੇ, ਨਾਲੇ ਸਾਡੀਆਂ ਵੋਟਾਂ ਪੱਕੀਆਂ ਹੋਣਗੀਆਂ। ਹੁਣ ਉੱਥੇ ਜ਼ਰੂਰਤਮੰਦ ਜਿਹੜਾ ਹੈ, ਜਿਹੜੀ ਮੈਂ ਗੱਲ ਕਰਨ ਜਾ ਰਿਹਾ ਸੀ ਕਿ ਜਿਹੜਾ ਪ੍ਰਵਾਸੀ ਪਰਿਵਾਰ ਆ ਉਹ ਉਸ ਰਾਸ਼ਨ ਲੈਣ ਲਈ ਉਹ ਸੰਬੰਧਿਤ ਥਾਣੇ ਦੇ ਵਿੱਚ ਬਾਰ-ਬਾਰ ਜਾਂਦਾ ਰਿਹਾ, ਗਿਆ ਤਾਂ ਉਹ ਵੀ ਮਜਬੂਰੀਆਂ ਨੇ। ਸਾਰੇ ਅਫਸਰ ਸਾਹਿਬਾਨ ਨੇ, ਪੁਲਿਸ ਪ੍ਰਸ਼ਾਸਨ ਆ, ਅਕਸਰ ਨੂੰ ਉਹਨਾਂ ਕੋਲੇ ਵੀ ਲਿਮਟਿਡ ਰਿਸੋਰਸਸ ਨੇ, ਜੋ ਪਿੱਛੋਂ ਆਊਗਾ ਉਹਨਾਂ ਨੇ ਉਹ ਸਪਲਾਈ ਕਰਨਾ। ਉਹਨਾਂ ਕੋਲੇ ਗਏ, ਉਹਨਾਂ ਨੇ ਲਿਸਟਾਂ ਬਣਾਈਆਂ ਹੋਈਆਂ ਨੇ, ਉਹਨਾਂ ਨੇ ਬਾਰ-ਬਾਰ ਕਹਿ ਰਹੇ ਆ ਜੀ ਸੌਰੀ ਵੀ ਜਿਹੜੀ ਲਿਸਟ ਵਿੱਚ ਨਾਮ ਤੁਹਾਡਾ ਹੈਗਾ ਉਹ ਲਿਸਟ ਦਾ ਰਾਸ਼ਨ ਅਜੇ ਨਹੀਂ ਆਇਆ। ਇੱਕ ਵਾਰੀ ਗਿਆ, 2 ਵਾਰੀ ਗਿਆ, ਸ਼ਾਇਦ ਸੁਣਨ ਵਿੱਚ ਆਇਆ, ਖਬਰਾਂ ਵੀ ਲੱਗੀਆਂ ਨੇ ਕਿ ਕਈ ਵਾਰੀ ਵਾਪਸ ਘਰੇ ਆਇਆ ਤੇ ਅੰਤ ਨੂੰ ਉਹਨੇ ਕਈ ਦਿਨਾਂ ਬਾਅਦ ਘਰ ਦੇ ਵਿੱਚ ਹੀ ਫਾਹਾ ਤਿਆਰ ਕੀਤਾ ਤੇ ਫਾਹੇ ਲਟਕ ਗਿਆ ਔਰ ਸੁਸਾਈਡ ਕਰ ਲਿਆ। 5 ਕਿਲੋ ਆਟੇ ਪਿੱਛੇ ਸੁਸਾਈਡ ਕਰ ਲਿਆ ਜੀ ਰਾਸ਼ਨ ਪਿੱਛੇ। ਤੁਹਾਡਾ ਭਲਾ ਹੋ ਜੇ। ਤੇ ਇੱਕ ਪਾਸੇ ਉਹ ਪਰਿਵਾਰ ਆ ਜਿਹਨੂੰ ਬਿਲਕੁਲ ਜ਼ਰੂਰਤ ਨਹੀਂ, ਉਹਨੂੰ ਅਸੀਂ ਬੁਲਾ ਕੇ ਘਰੇ ਪਹੁੰਚਾ ਰਹੇ ਹਾਂ ਸਿਰਫ ਇਸ ਕਰਕੇ ਕਿਉਂਕਿ ਉਹ ਸਾਡਾ ਵੋਟਰ ਹੈ, ਸਾਡਾ ਵੋਟਰ ਹੈ, ਸਾਡਾ ਸਪੋਰਟਰ ਹੈ ਔਰ ਆਉਣ ਵਾਲੇ ਸਮੇਂ 'ਚ ਉਹ ਸਾਡੇ ਲਈ ਲੋਕਾਂ ਦੀਆਂ ਵੋਟਾਂ ਇਕੱਠੀਆਂ ਕਰੂਗਾ। ਕੀ ਇਨਸਾਨੀਅਤ ਕਿੱਥੇ ਗਈ ਵੀਰ ਜੀ ਇੱਥੇ? ਜੀ ਮੈਨੂੰ ਇੱਕ ਜਾਣਕਾਰੀ ਦਿਓ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਇੱਥੇ ਮੈਂ ਦੋਸਤਾਂ ਦੇ ਨਾਲ ਵੀ ਇੱਕ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ ਕਿਉਂਕਿ ਸਾਡੇ ਲੱਖਾਂ ਦਰਸ਼ਕ ਸੁਣਦੇ ਨੇ। ਦਰਸ਼ਕੋ, ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਇਹ ਜਿਹੜਾ ਵਕਤ ਹੈ ਨਾ, ਇਹ ਨਿੱਜੀ ਰੰਜਿਸ਼ਾਂ ਕੱਢਣ ਦਾ ਵਕਤ ਨਹੀਂ ਹੈ। ਇਹ ਜਿਹੜਾ ਵਕਤ ਹੈ ਨਾ, ਇਹ ਲੋਕਾਂ ਦੇ ਵਿੱਚੋਂ ਆਪਣੀਆਂ ਵੋਟਾਂ ਵੇਖਣ ਦਾ ਵਕਤ ਨਹੀਂ ਹੈ। ਮੇਰੀ ਬੇਨਤੀ ਹੈ ਹੱਥ ਬੰਨ੍ਹ ਕੇ, ਬੜਾ ਅਗਲਾ ਸਮਾਂ ਹੈ, ਨਿੱਜੀ ਰੰਜਿਸ਼ਾਂ ਕੱਢਦੇ ਰਹਾਂਗੇ, ਦੂਸ਼ਣਬਾਜ਼ੀਆਂ ਲੱਗਦੀਆਂ ਰਹਿਣਗੀਆਂ, ਇਹ ਚੱਲਦਾ ਰਹੇਗਾ। ਪਰ ਮੇਰਾ ਮੰਨਣਾ ਹੈ ਵੀ ਇਹ ਵਕਤ ਜੇ ਕੋਈ ਵੀ ਕਿਸੇ ਪ੍ਰਕਾਰ ਦੀ ਸੇਵਾ ਨਿਭਾ ਰਿਹਾ ਨਾ ਤੇ ਉਹ ਸੇਵਾ ਨੂੰ ਸੈਲਿਊਟ ਕਰਨ ਦਾ, ਵੀ ਬਾਈ ਤੂੰ ਸੇਵਾ ਕੀਤੀ ਹੈ। ਪਰ ਹੈਰਾਨਗੀ ਦੀ ਗੱਲ ਹੈ, ਐਸੇ ਵਕਤ ਦੇ ਉੱਪਰ ਵੀ ਕੁਝ ਲੋਕ ਬੰਦੇ ਦੀ ਜਾਤ, ਬੰਦੇ ਦਾ ਧਰਮ, ਬੰਦੇ ਦਾ ਰੰਗ ਰੂਪ, ਬੰਦੇ ਦਾ ਮਜ਼ਹਬ ਕਿੰਨਾ ਕੁਝ ਦੇਖਦੇ ਨੇ। ਇਹ ਵਕਤ ਬੰਦੇ ਦੀ ਜਾਤ, ਧਰਮ, ਮਜ਼ਹਬ, ਰੰਗ ਇਹ ਚੀਜ਼ਾਂ ਦੇਖਣ ਦਾ ਨਹੀਂ ਹੈ। ਮੈਂ ਤਾਂ ਕਹਿਣਾ ਹੁੰਦਾ ਬੰਦੇ ਨੂੰ ਕੁਝ ਨਾ ਪੁੱਛੋ, ਬੰਦੇ ਦਾ ਦੁੱਖ ਪੁੱਛੋ ਬਈ, ਵੀ ਤੇਰਾ ਦੁੱਖ ਕੀ ਹੈ, ਤੈਨੂੰ ਤਕਲੀਫ ਕੀ ਹੈ ਬਾਈ, ਕਿਸ ਤਰੀਕੇ ਦੀ ਪ੍ਰੋਬਲਮ ਦੇ ਵਿੱਚੋਂ ਤੂੰ ਗੁਜ਼ਰਦਾ ਪਿਆ। ਆਪਾਂ ਚੇਨ ਬਣਾ ਕੇ ਚੱਲੀਏ, ਮੈਂ ਆਪਣੇ ਕੋਲੋਂ ਤੈਨੂੰ 10 ਕਿਲੋ ਆਟਾ ਦੇ ਦੇਣਾ। ਜਾਂ ਜਿਵੇਂ ਵੀਰ ਜੀ ਨੇ ਦੱਸਿਆ ਬਈ ਇੱਕ ਸੱਜਣ ਨੂੰ ਕਿਸੇ ਨੇ ਪੁੱਛਿਆ, ਇਲਾਕੇ ਦੇ ਹੀ ਕਿਸੇ ਵੀ ਸੰਬੰਧਿਤ ਸੱਜਣ ਨੇ, ਵੀ ਤੁਹਾਡੇ ਕੋਲ ਰਾਸ਼ਨ ਅੱਪੜ ਗਿਆ? ਕਹਿੰਦਾ ਹਾਂ ਅੱਪੜ ਗਿਆ, ਪਰ ਅਕਾਲ ਏਡ ਵੱਲੋਂ ਅੱਪੜਿਆ। ਇਹ ਵਰਡਿੰਗ ਹੈ, ਕਿੰਨੀ ਵੱਡੀ ਗੱਲ ਹੈ, ਮੂੰਹ ਦੇ ਉੱਪਰ ਗੱਲ ਮਾਰੀ ਹੈ। ਕਹਿੰਦਾ ਅਕਾਲ ਏਡ ਵੱਲੋਂ ਅੱਪੜਿਆ, ਸਰਕਾਰੀ ਰਾਸ਼ਨ ਅਜੇ ਤੱਕ ਸਾਡੇ ਕੋਲ ਨਹੀਂ ਅੱਪੜਿਆ। ਮੈਂ ਹੱਥ ਬੰਨ੍ਹ ਕੇ ਸੰਗਤਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ, ਦੇਖੋ ਵਕਤ ਹੈ, ਤੁਸੀਂ ਸਾਰੇ ਸਹਿਯੋਗੀ ਹੋ ਅਕਾਲ ਚੈਨਲ ਦੇ, ਅਸੀਂ ਜਾਣਦੇ ਹਾਂ। ਪਿਛਲੇ ਸਮੇਂ ਦੇ ਅੰਦਰ ਦੋਸਤੋ ਤੁਹਾਨੂੰ ਥੋੜ੍ਹਾ ਜਿਹਾ ਜ਼ਿਕਰ ਕਰਦੇ ਹਾਂ, ਜਦੋਂ ਅਸੀਂ ਕਿੱਟ ਤਿਆਰ ਕਰਦੇ ਸਾਂ ਨਾ, ਤੇ ਕਿੱਟ ਤਿਆਰ ਕਰਨ ਵੇਲੇ ਅਸੀਂ ਇਹ ਦੇਖਦੇ ਸਾਂ ਵੀ ਘੱਟੋ ਘੱਟ ਸਾਡੀ ਰਸੋਈ ਦੇ ਵਿੱਚ ਸਮਾਨ ਕਿੰਨਾ ਕੁ ਚਾਹੀਦਾ ਹੁੰਦਾ ਹੈ। ਘੱਟੋ ਘੱਟ ਇੱਕ ਵਾਰੀ ਉਹਨਾਂ ਜ਼ਰੂਰ ਹੋਵੇ ਵੀ ਜੇ ਕਿਸੇ ਦੇ ਘਰ ਪੈਕਟ ਚਲਾ ਜਾਵੇ ਤੇ ਉਹਦੇ ਘੱਟੋ ਘੱਟ 18 ਤੋਂ 20 ਦਿਨ ਤੇ ਲੰਘਣ ਨਾ। ਜੇ ਛੋਟਾ ਪਰਿਵਾਰ ਹੈ ਤਾਂ ਮਹੀਨਾ ਲੰਘ ਜਾਵੇ, ਨਹੀਂ ਤੇ 18-20 ਦਿਨ ਤੇ ਲੰਘ ਜਾਣ ਨਾ। ਉਹ ਸਾਰਾ ਸਿਸਟਮ ਅਸੀਂ ਤਿਆਰ ਕਰਦੇ ਹਾਂ। ਉਹਦੇ ਵਿੱਚ ਨਾ ਕਿਸੇ ਦੀ ਜਾਤ, ਨਾ ਕਿਸੇ ਦਾ ਧਰਮ, ਨਾ ਰੰਗ ਰੂਪ, ਕੁਛ ਨਹੀਂ ਪੁੱਛਿਆ ਜਾਂਦਾ। ਸਿਰਫ ਬੰਦੇ ਦੀ ਲੋੜ ਪੁੱਛੀ ਜਾਂਦੀ ਹੈ, ਤੂੰ ਲੋੜਵੰਦ ਹੈ, ਆ ਚੱਕੋ ਜੀ ਤੇ ਆ ਆਪਣੇ ਘਰ ਦੇ ਵਿੱਚ ਲੈ ਜਾਓ। ਉਹ ਸਾਰਾ ਕਾਰਜ ਕੀਤਾ ਗਿਆ। ਸੋ ਇੱਥੇ ਵੀ ਕੁਝ ਲੋਕ ਜਿਵੇਂ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਨੇ ਦੱਸਿਆ ਵੀ ਆਪਣੀਆਂ ਵੋਟਾਂ ਪੱਕੀਆਂ ਕਰਦੇ ਨੇ। ਇਹ ਵਕਤ ਵੋਟਾਂ ਪੱਕੀਆਂ ਕਰਨ ਦਾ ਨਹੀਂ ਹੈ, ਇਹ ਵਕਤ ਆਪਣੇ ਆਪ ਨੂੰ ਇਨਸਾਨ ਸਾਬਤ ਕਰਨ ਦਾ ਹੈ ਕਿ ਮੇਰੇ ਅੰਦਰ ਇਨਸਾਨੀਅਤ ਜਿਉਂਦੀ ਹੈ, ਮੈਂ ਨਿਕਲਿਆ ਹੋਇਆ ਮੈਂ ਭਾਈ। ਪਰ ਹੈਰਾਨਗੀ ਦੀ ਗੱਲ ਹੈ, ਜਿਵੇਂ ਵੀਰ ਜੀ ਨੇ ਦੱਸਿਆ ਵੀ ਜੇ ਕੋਈ ਕਹਿ ਦਿੰਦਾ ਰਾਸ਼ਨ ਦੇ ਦਿਓ, ਕਹਿੰਦੇ ਵੋਟਾਂ ਵੇਲੇ ਤੇ ਤੇਰੀ ਝੰਡੀ ਫਲਾਣੇ ਦੀ ਲੱਗੀ ਸੀ, ਜਾ ਉਹਦੇ ਕੋਲੇ। ਉਹ ਕਹਿੰਦੇ ਜੀ ਝੰਡੀ ਭਾਵੇਂ ਫਲਾਣੇ ਦੀ ਲੱਗੀ ਸੀ ਪਰ ਜਿੱਤੇ ਕਾਉਂਸਲਰ ਤੇ ਤੁਸੀਂ ਹੋ, ਹੁਣ ਦੇ ਸਾਡੇ ਕਾਉਂਸਲਰ ਤੁਸੀਂ ਹੋ। ਝੰਡੀ ਭਾਵੇਂ ਉਹਨਾਂ ਦੀ ਸੀ, ਵੋਟ ਤੇ ਅਸੀਂ ਤੁਹਾਨੂੰ ਪਾਈ ਹੈ। ਤੇ ਅੱਗੋਂ ਅਨੇਕ ਤਰੀਕੇ ਦੇ ਨਾਲ ਜਵਾਬ ਦਿੱਤੇ ਜਾਂਦੇ ਨੇ। ਮੈਂ ਇੱਕ ਛੋਟੀ ਜਿਹੀ ਅਰਜ਼ ਫਿਰ ਗੁਜ਼ਾਰਦੇ ਹਾਂ। ਜਦੋਂ ਇੱਕ ਘਟਨਾ ਬਚਪਨ ਦੇ ਵਿੱਚ ਤੁਸੀਂ ਵੀ ਪੜ੍ਹੀ ਹੈ ਤੇ ਮੈਂ ਵੀ ਪੜ੍ਹੀ ਹੈ, ਮੈਂ ਅੱਜ ਉਹ ਸਾਂਝੀ ਕਰਨੀ ਬੜੀ ਜ਼ਰੂਰੀ ਸਮਝਦਾ ਵਾਂ। ਕਹਿੰਦੇ ਨਿੱਕਾ ਜਿਹਾ ਨਿਆਣਾ ਸੀ ਤੇ ਨਿੱਕਾ ਜਿਹਾ ਨਿਆਣਾ ਭੁੱਖਾ ਸੀ। ਮਾਂ ਨੇ ਬੜਾ ਸੋਚਿਆ ਵੀ ਘਰ ਦੇ ਵਿੱਚ ਖਾਣ ਨੂੰ ਕੁਝ ਨਹੀਂ ਹੈ ਤੇ ਆਪਾਂ ਨਿਆਣੇ ਨੂੰ ਚਲੋ ਕਿਸੇ ਤਰੀਕੇ ਆਰੇ ਲਾ ਦਿਆਂ ਤੇ ਨਿਆਣਾ ਸੌਂ ਜਾਵੇਗਾ, ਰਾਤ ਗੁਜ਼ਰੇਗੀ, ਸਵੇਰ ਨੂੰ ਵੇਖਾਂਗੇ। ਉਹ ਮਾਂ ਬੱਚੇ ਨੂੰ ਗੋਦੀ ਵਿੱਚ ਲੈ ਕੇ ਤੇ ਕਹਿੰਦੇ ਖੁੱਲੇ ਜੇ ਥਾਂ ਤੇ ਬੈਠ ਗਈ ਤੇ ਗੋਦੀ ਵਿੱਚ ਜਦੋਂ ਨਿਆਣੇ ਨੂੰ ਲਿਆ ਸੀ, ਸੋਚਿਆ ਨਿਆਣੇ ਨੂੰ ਝੱਟ ਵਰਾ ਦਿਆਂ, ਗੱਲਾਂ 'ਚ ਲਾ ਦਿਆਂ ਤੇ ਨਿਆਣਾ ਸੌਂ ਜਾਵੇਗਾ। ਕਹਿੰਦੇ ਬੱਚੇ ਦਾ ਧਿਆਨ ਅਸਮਾਨ ਦੇ ਉੱਪਰ ਗਿਆ ਤੇ ਮਾਂ ਲੱਗ ਪਈ ਕਹਿਣ, ਕਹਿੰਦੀ ਉਹ ਦੇਖ ਬੇਟਾ ਚੰਦਰਮਾ, ਗੋਲ ਗੋਲ ਕਿੰਨਾ, ਉਹ ਦੇਖ ਚੰਦਰਮਾ। ਨਿਆਣਾ ਵੇਖ ਕੇ ਚੰਦਰਮਾ ਵੱਲ ਕਹਿੰਦਾ ਹਾਂ ਗੋਲ ਗੋਲ। ਕਹਿੰਦਾ ਮਾਂ ਜਮਾ ਰੋਟੀ ਵਰਗਾ। ਮੈਂ ਸਿਰਫ ਇੱਕ ਛੋਟੀ ਜਿਹੀ ਬੇਨਤੀ ਕਰਦਾ ਵੀ ਠੀਕ ਹੈ, ਇਸ ਘਟਨਾ ਨੂੰ ਲੈ ਕੇ ਕੁਝ ਲੋਕ ਮੁਸਕਰਾਉਣਗੇ, ਕਿਸੇ ਨੂੰ ਹਾਸਾ ਵੀ ਆਵੇਗਾ, ਪਰ ਇਹ ਗੱਲ ਸੱਚੀ ਹੈ, ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ।
ਗੁਰੂ ਨਾਨਕ ਦੇ ਘਰ ਦੇ ਵਿੱਚ ਲੰਗਰ ਦੀ ਪ੍ਰਥਾ ਦਾ ਮੈਨੂੰ ਸਮਝ ਪੈਂਦੀ ਹੈ ਵੀ ਕਾਰਨ ਇਹ ਸੀ ਵੀ ਪਹਿਲਾਂ ਤੁਸੀਂ ਲੰਗਰ ਪ੍ਰਸ਼ਾਦਾ ਛਕਦੇ ਹੋ ਤੇ ਤੁਹਾਡੇ ਅੰਦਰ ਦੀ ਜਿਹੜੀ ਅਗਨ ਹੈ ਨਾ ਉਹ ਠੰਡੀ ਹੋ ਜਾਂਦੀ ਹੈ ਇੱਕ ਵਾਰੀ ਘੱਟੋ ਘੱਟ, ਵੀ ਤੁਹਾਡਾ ਧਿਆਨ ਭਟਕਦਾ ਨਹੀਂ ਹੈ। ਉਸ ਤੋਂ ਬਾਅਦ ਤੁਸੀਂ ਕਿਸੇ ਦੀ ਗੱਲ ਤੇ ਗੌਰ ਕਰ ਸਕਦੇ ਹੋ ਭਾਈ, ਇਸ ਕਰਕੇ ਪਹਿਲਾਂ ਲੰਗਰ ਹੈ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਆ ਕੇ ਦੀਵਾਨ ਸ਼ਰਵਣ ਕਰੋ। ਸੋ ਅੱਜ ਵਕਤ ਵੀ ਐਸਾ ਹੈ, ਮੈਂ ਕਹਿੰਦਾ ਵੀ ਕਿਸੇ ਨੂੰ ਆਪਣੀ ਗੱਲ ਸੁਣਾਓ, ਪਰ ਸੁਣਾਉਣ ਤੋਂ ਪਹਿਲਾਂ ਵੀ ਉਹਦੀ ਲੋੜ ਵੀ ਤੇ ਪੂਰੀ ਕਰੋ ਨਾ, ਵੀ ਉਹ ਤੁਹਾਡੀ ਗੱਲ ਵਾਲੇ ਪਾਸੇ ਧਿਆਨ ਦੇਵੇ। ਉਹਦਾ ਧਿਆਨ ਤੇ ਤੁਹਾਡੇ ਹੱਥਾਂ ਵਾਲੇ ਪਾਸੇ ਆ ਵੀ ਮੈਨੂੰ ਦੇਊ ਕੀ। ਅਸੀਂ ਸੋਚਦੇ ਹਾਂ ਵੀ ਗੱਲਾਂ ਦੇ ਨਾਲ ਮੈਂ ਤੈਨੂੰ ਰਜਾ ਦਿਆਂ, ਗੱਲਾਂ ਦੇ ਕੜਾ, ਸਿਰਫ ਸ਼ਬਦਾਂ ਦੇ ਕੜਾ ਜਿਹੜੇ ਨੇ ਇਹ ਇਸ ਤਰ੍ਹਾਂ ਕੀ ਬਣਦੇ ਨੇ, ਇਹਦੇ ਨਾਲ ਪੇਟ ਨਹੀਂ ਕਦੀ ਭਰਿਆ ਕਰਦਾ। ਜਲੇਬੀ ਜੇ ਕਾਗਜ਼ ਦੇ ਉੱਪਰ ਬਣਾ ਵੀ ਦਿਆਂਗਾ ਨਾ, ਵੇਖਣ ਨੂੰ ਬੜੀ ਸੋਹਣੀ ਹੋਵੇਗੀ, ਪਰ ਚੇਤੇ ਰੱਖਿਆ ਜੀ ਸਵਾਦ ਨਹੀਂ ਆਉਣਾ। ਜਿਹੜੇ ਕਾਗਜ਼ਾਂ ਦੇ ਫੁੱਲ ਬਣਦੇ ਨੇ, ਮੈਂ ਮੰਨਦਾ ਮੈਂ ਕਿ ਬਨਾਵਟੀ ਫੁੱਲ ਅਸਲ ਨੂੰ ਮਾਤ ਪਾ ਸਕਦਾ ਹੈ, ਪਰ ਹਕੀਕਤ ਤੇ ਜੇ ਖੁਸ਼ਬੂ ਨਹੀਂ ਉਹਦੇ ਵਿੱਚੋਂ ਆਉਣੀ, ਨਾ ਹੀ ਉਹਦੇ ਵਿੱਚੋਂ ਰਸ ਆਉਣਾ ਜੇ। ਸੋ ਅੱਜ ਵੀ ਗੱਲਾਂ ਦੇ ਕੜਾਹ ਬਣਾਉਣ ਵਾਲੇ ਬੜੇ ਨੇ, ਪਰ ਮੇਰਾ ਮੰਨਣਾ ਇਹ ਹੈ ਵੀ ਐਸੇ ਵਕਤ ਦੇ ਉੱਪਰ ਸਾਥ ਦੇਣਾ ਚਾਹੀਦਾ ਹੈ, ਮਾਨਵਤਾ ਦੇ ਨਾਲ ਖਲੋਣਾ ਚਾਹੀਦਾ ਹੈ। ਇਹਦੇ ਵਿੱਚੋਂ ਵੋਟਾਂ ਨਹੀਂ ਦੇਖਣੀਆਂ, ਅਸੀਂ ਕੁਝ ਨਹੀਂ ਦੇਖਣਾ, ਅਸੀਂ ਆਪਣੇ ਆਪ ਦੇ ਵਿੱਚੋਂ ਇਨਸਾਨੀਅਤ ਦੀ ਝਲਕ ਪਾਉਣੀ ਹੈ ਕਿ ਮੈਂ ਸੱਚਮੁੱਚ ਇਨਸਾਨੀਅਤ ਦੇ ਨਾਤੇ ਚੱਲਿਆ ਹੋਇਆ ਹਾਂ। ਵੀਰ ਜੀ, ਜਿਵੇਂ ਤੁਸੀਂ ਦੱਸਿਆ ਵੀ ਇਸ ਤਰੀਕੇ ਦੇ ਨਾਲ, ਤੇ ਅਜੇ ਕਰੀਬ 2 ਮਹੀਨੇ ਪਲੱਸ ਕੁਝ ਦਿਨ ਗੁਜ਼ਰੇ ਨੇ ਜੀ, ਤੇ ਲੋਕਾਂ ਦਾ ਹਾਲਾਤ ਕੈਸੇ ਬਣ ਗਏ ਨੇ। ਬੁਰੇ ਹਾਲਾਤ ਨੇ ਜੀ। ਮੌਤ ਦੀਆਂ ਖਬਰਾਂ ਆ ਰਹੀਆਂ ਨੇ, ਰੇਲਵੇ ਦੀ ਲਾਈਨ ਤੇ ਲੋਕ ਜਾ ਰਹੇ ਸਨ, ਉਹ ਵੱਡੇ ਟੁੱਕੇ ਗਏ। ਉਸ ਤੋਂ ਬਾਅਦ ਸਪੈਸ਼ਲ ਰੇਲ ਦੇ ਰਾਹੀਂ ਉਹਨਾਂ ਨੂੰ ਟੁਕੜਿਆਂ ਨੂੰ ਇਕੱਠੇ ਕੀਤਾ ਗਿਆ। ਮੈਨੂੰ ਲੱਗਦਾ ਜੇ ਪਹਿਲੇ ਸਪੈਸ਼ਲ ਟ੍ਰੇਨ ਚਲਾਈ ਹੁੰਦੀ ਟੁਕੜੇ ਇਕੱਠੇ ਕਰਨ ਦੀ ਲੋੜ ਨਹੀਂ ਸੀ ਪੈ ਜਾਣੀ। ਇਹ ਵੀ ਸਾਰਾ ਕੁਝ ਹੋਇਆ, ਪਰ ਪਤਾ ਲੱਗ ਰਿਹਾ ਵੀ ਲੋਕਡਾਊਨ ਲੰਮਾ ਚੱਲੇਗਾ, ਕਿਉਂਕਿ ਜਿਹੜੇ ਲੋਕਾਂ ਨੂੰ ਮੈਸੇਜ ਆ ਰਹੇ ਨੇ ਉਹਨਾਂ ਦੀਆਂ ਕਿਸ਼ਤਾਂ ਦੇ, ਉਹ ਕਰੀਬ 31 ਅਗਸਤ ਤੱਕ ਅੱਪੜਦੇ ਪਏ ਨੇ। ਇੱਥੋਂ ਸਾਨੂੰ ਆਈਡੀਆ ਹੋ ਜਾਂਦਾ। ਮੈਂ ਚਾਹਾਂਗਾ ਉਸ ਮੁੱਦੇ ਬਾਰੇ ਵੀ ਸਾਨੂੰ ਜਾਣਕਾਰੀ ਦੇ ਦਿਓ। ਲੰਮਾ ਚੱਲੇਗਾ ਜੇ ਹੁਣ ਇਹ ਹਾਲਾਤ ਨੇ, ਅਗਾਂਹ ਕੀ ਬਣੇਗਾ? ਬਿਲਕੁਲ ਵੀਰ ਜੀ, ਮੈਨੂੰ ਖੁਦ ਮੈਸੇਜ ਆਇਆ ਕਿ ਜਿਹੜੀਆਂ EMIs ਸਾਡੀਆਂ ਲੱਗ ਰਹੀਆਂ ਨੇ, ਜਿਹੜੀਆਂ ਕਿਸ਼ਤਾਂ ਲੱਗ ਰਹੀਆਂ ਨੇ, ਤੇ ਸਟੇਟ ਬੈਂਕ ਦਾ ਮੈਸੇਜ ਆਇਆ ਕਿ ਜੂਨ, ਜੁਲਾਈ, ਅਗਸਤ ਤੱਕ ਡੈਫਰ ਕੀਤੀਆਂ ਜਾਂਦੀਆਂ ਨੇ। ਮਤਲਬ ਕਿ ਜਿਹੜੀਆਂ 31 ਅਗਸਤ ਤੱਕ ਮੇਰਾ ਉਹ ਲੋਨ ਆ ਉਹ ਐਕਸਟੈਂਡ ਕਰ ਦਿੱਤਾ ਹੋਇਆ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਕਿਸ਼ਤਾਂ ਦੇ ਉੱਤੇ ਵਿਆਜ ਨਹੀਂ ਲੱਗੇਗਾ। ਇੰਟਰਸਟ ਗਵਰਨਮੈਂਟ ਐਜ਼ ਇਟ ਇਜ਼ ਲੈ ਰਹੀ ਆ ਤੁਹਾਡੇ ਤੋਂ। ਓਕੇ। ਔਰ ਮੈਂ ਆਪ ਦਾ ਤੁਹਾਨੂੰ ਤਜਰਬਾ ਦੱਸਦਾ ਕਿ ਜਿਸ ਲੋਨ ਦੀਆਂ ਮੇਰੀਆਂ ਸਿਰਫ 2 ਕਿਸ਼ਤਾਂ ਪੈਂਡਿੰਗ ਸੀ ਔਰ ਉਹਦਾ 400-500 ਦੇ ਕਰੀਬ ਵਿਆਜ ਸੀ 1 ਮਹੀਨੇ ਦਾ, ਤੇ ਹੁਣ ਉਹ ਜਿਹੜਾ 2 ਮਹੀਨੇ ਦੇ ਵਿੱਚ ਕਲੀਅਰ ਹੋ ਜਾਣਾ ਸੀ। ਮਤਲਬ ਜੇ 23 ਮਾਰਚ ਅਪ੍ਰੈਲ ਵਾਲੀ ਤੇ ਮਈ ਵਾਲੀ ਕਿਸ਼ਤ ਲੱਗ ਜਾਂਦੀ, ਅੱਜ ਮੈਂ ਉਸ ਲੋਨ ਤੋਂ ਸੁਰਖਰੂ ਸੀ, 400 ਦਾ 800 ਵਿਆਜ ਮੈਨੂੰ ਲੱਗਣਾ ਸੀ। ਪਰ ਹੁਣ ਕਿਉਂਕਿ ਅੱਜ ਰੀਸੈਂਟ ਮੈਸੇਜ ਆਇਆ ਔਰ ਮਾਰਚ, ਅਪ੍ਰੈਲ, ਮਈ ਤੋਂ ਬਾਅਦ ਜੂਨ, ਜੁਲਾਈ, ਅਗਸਤ ਤੱਕ ਵੀ ਐਕਸਟੈਂਡ ਕਰ ਦਿੱਤਾ ਇਹਨਾਂ ਨੇ। ਬੱਲੇ ਬੱਲੇ, ਇਹਦਾ ਮਤਲਬ ਲੋਕਡਾਊਨ ਲੰਮਾ ਚੱਲੇਗਾ। ਇੱਥੋਂ ਲੱਗਦਾ ਕਿ ਸਰਕਾਰੀ ਤੌਰ ਤੇ ਇਹ ਅੰਦਾਜ਼ਾ ਲੱਗ ਚੁੱਕਿਆ ਕਿ ਇਹ ਲੋਕਡਾਊਨ ਲੰਬਾ ਚੱਲੇਗਾ। ਔਰ ਦੂਸਰੇ ਨੰਬਰ ਦੇ ਉੱਤੇ ਜਿਹੜੀ ਸਾਡੀ ਤਰਾਸਦੀ ਆ, ਉਹ ਤਰਾਸਦੀ ਇਹ ਆ, ਔਰ ਇਹ ਤਰਾਸਦੀ ਇਕੱਲੀ ਮੇਰੀ ਨਹੀਂ ਹੈ। ਮੈਂ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਕਿ ਇਸ ਦੇਸ਼ ਦੇ ਵਿੱਚ ਬਿਲੋ ਪਾਵਰਟੀ ਲਾਈਨ ਪਰਿਵਾਰਾਂ ਨੂੰ 500-500 ਰੁਪਏ ਜਿਹੜਾ ਜਨ ਧਨ ਖਾਤਾ ਦਿੱਤਾ ਉਹਦੇ ਵਿੱਚ ਦੇ ਰਹੇ ਨੇ। ਉਸ ਤੋਂ ਇਲਾਵਾ ਜਿਹੜੇ ਨੀਲੇ ਕਾਰਡਾਂ ਵਾਲੇ ਨੇ ਉਹਨਾਂ ਨੂੰ ਕੁਝ ਰਾਸ਼ੀ ਮਿਲ ਰਹੀ ਆ, ਕੁਝ ਰਾਸ਼ਨ ਮਿਲ ਰਿਹਾ, ਮਦਦ ਮਿਲ ਰਹੀ ਆ। ਪਰ ਇੱਕ ਹੋਰ ਵਰਗ ਆ ਜਿਹੜਾ ਕਿ ਬਿਲਕੁਲ ਅਣਗੌਲਿਆ। ਉਹ ਵਰਗ ਕਿਹੜਾ? 25% ਗਰੀਬੀ ਰੇਖਾ ਵਾਲੇ ਛੱਡ ਦਿੱਤੇ ਜਾਣ। ਉਸ ਤੋਂ ਇਲਾਵਾ 25-30%, 10% ਤਾਂ ਉਹ ਨੇ ਜਿਹੜੇ ਕਿ 10% ਇੰਡੀਆ, ਭਾਰਤ ਦੀ ਵਸੋਂ ਦੇ 10% ਲੋਕ ਉਹ ਨੇ ਜਿਨ੍ਹਾਂ ਕੋਲ ਇਸ ਦੇਸ਼ ਦੀ ਕੁੱਲ ਧਨ ਸੰਪत्ति ਦਾ 77% ਹਿੱਸਾ ਅਵੇਲੇਬਲ ਹੈ। ਇਹ ਮੈਂ ਨਹੀਂ ਬੋਲ ਰਿਹਾ, ਇਹ ਸਰਕਾਰੀ ਆંકੜੇ ਬੋਲ ਰਹੇ ਨੇ। 2011 ਦੀ ਸੈਂਸਸ ਰਿਪੋਰਟ ਬੋਲ ਰਹੀ ਆ। ਆਨਲਾਈਨ ਵੀ ਤੁਸੀਂ ਗੂਗਲ ਤੇ ਸਰਚ ਕਰੋ, ਤੁਹਾਨੂੰ ਸਾਰੀ ਡਿਟੇਲ ਹੁਣ ਵੀ ਨਜ਼ਰ ਆ ਜਾਏਗੀ। ਓਕੇ। 77% ਧਨ ਉਹਨਾਂ ਕੋਲੇ ਜਿਹੜੇ ਸਿਰਫ 10% ਆ ਇਸ ਦੇਸ਼ ਦੀ ਪਾਪੂਲੇਸ਼ਨ। ਬਾਕੀ ਬਚਿਆ 3 ਤੇ 20 23%। 90% ਲੋਕਾਂ ਕੋਲੇ 23% ਧਨ ਸੰਪत्ति ਆ। ਔਰ ਉਹਦੇ ਵਿੱਚੋਂ 25% ਤਾਂ ਉਹ ਨੇ ਜਿਹੜੇ ਕਿ ਸਾਡੇ ਦੇਸ਼ ਦੇ ਜੋ ਕ੍ਰਾਈਟੇਰੀਆ ਰੱਖਿਆ ਸੀ, ਪਿੱਛੇ ਉਹਦਾ ਰੌਲਾ ਵੀ ਬਹੁਤ ਪਿਆ ਸੀ ਕਿ ਦਿਹਾੜੀ ਦੇ 22-25 ਰੁਪਏ ਕਮਾਉਂਦੇ ਨੇ ਤਾਂ ਉਹ ਗਰੀਬੀ ਰੇਖਾ ਤੋਂ ਹੇਠਾਂ ਨੇ। ਤੇ ਜਿਹੜਾ ਮੱਧਮ ਵਰਗ ਆ, ਗਰੀਬਾਂ ਨੂੰ, ਅਮੀਰਾਂ ਨੂੰ, ਗਰੀਬ ਬਹੁਤ ਮਜਬੂਰ ਹੈ ਇਸ ਵੇਲੇ। ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਮੈਂ ਤੁਹਾਡੇ ਸਾਹਮਣੇ ਬੈਠਾ, ਮੈਂ ਉਸ ਗਰੀਬੀ ਔਰ ਅੱਤ ਦੀ ਗਰੀਬੀ ਹੰਢਾ ਕੇ ਅੱਜ ਜਿਹੜਾ ਸੰਘਰਸ਼ ਮਾਂ-ਬਾਪ ਦਾ ਸੀ, ਪਰਿਵਾਰ ਦਾ ਸੀ, ਸਮਾਜ ਦਾ ਸੀ, ਉਸ ਸੰਘਰਸ਼ ਦੇ ਵਿੱਚੋਂ ਲੰਘਦਾ ਹੋਇਆ ਉਸ ਗਰੀਬੀ ਤੋਂ ਥੋੜਾ ਜਿਹਾ ਉੱਪਰ ਲੋਅਰ ਮਿਡਲ ਕਲਾਸ ਤੱਕ ਮੈਂ ਪਹੁੰਚਣ ਦਾ ਆਪਦਾ ਇੱਕ ਟੀਚਾ ਜਿਹੜਾ ਮੇਰਾ ਸੀ ਉਹਨੂੰ ਅਚੀਵ ਕੀਤਾ ਫਿਲਹਾਲ। ਔਰ ਮੇਰੇ ਵਰਗੇ ਜਿਹੜੇ ਮਿਡਲ ਕਲਾਸ ਫੈਮਲੀਜ਼ ਨੇ ਉਹ ਲਗਭਗ 60% ਹੋਣੇ ਆ ਭਾਰਤ ਦੇ ਵਿੱਚ।
ਔਰ ਬੱਲੇ ਬੱਲੇ ਉਸ 60% ਮਿਡਲ ਕਲਾਸ ਫੈਮਲੀਜ਼ ਦਾ ਜਿਹੜਾ ਦਰਦ ਆ, ਜਿਹੜੀ ਤਰਾਸਦੀ ਆ, ਉਹ ਮੈਂ ਤੁਹਾਨੂੰ ਹੁਣ ਦੱਸ ਰਿਹਾ। ਉਹ ਉੱਪਰ ਦੇਖਦੇ ਹੁੰਦੇ ਨੇ ਜਿਹੜੇ ਅਮੀਰ ਵਰਗ ਆ। ਕਿਉਂ? ਇਹ ਇੱਕ ਕਹਾਵਤ ਵੀ ਆ ਵੀ ਜੇ ਤੁਸੀਂ ਕਿਸੇ ਵਰਗਾ ਬਣਨਾ ਚਾਹੁੰਦੇ ਹੋ ਤਾਂ ਉਹਦੇ ਵਰਗੀ ਦਿੱਖ ਅਪਣਾਉਣ ਦੀ ਕੋਸ਼ਿਸ਼ ਕਰੋ, ਤੁਸੀਂ ਉਸ ਤਰ੍ਹਾਂ ਦੇ ਹੋ ਜਾਓਗੇ। ਇਹ ਸਾਡੇ ਸਮਾਜਿਕ ਤੌਰ ਤੇ ਇਹ ਗੱਲਾਂ ਪ੍ਰਚਲਿਤ ਨੇ, ਔਰ ਸਾਡੇ ਇਹ, ਚਾਹੇ ਇਹਨੂੰ ਆਪਾਂ ਰੀਸ ਕਹਿ ਲਈਏ ਜਾਂ ਭੇਡ ਚਾਲ ਕਹਿ ਲਈਏ, ਜਿਵੇਂ ਮਰਜ਼ੀ ਆ, ਅਸੀਂ ਰੀਸ ਕਰਦੇ ਹਾਂ ਉੱਪਰ ਵਾਲਿਆਂ ਦੀ। ਤੇ ਜਦੋਂ ਅਸੀਂ ਗਰੀਬੀ ਤੋਂ ਨਿਕਲਦੇ ਹਾਂ, ਅਸੀਂ ਆਪਣੇ ਆਪ ਦਾ ਲੈਵਲ ਜਾਂ ਸਟੈਂਡਰਡ ਇੱਕ ਮੇਨਟੇਨ ਕਰਨ ਦੇ ਲਈ ਜਾਂ ਸ਼ੋਅ ਆਫ ਕਰਨ ਦੇ ਲਈ ਜਾਂ ਜਿਵੇਂ ਵੀ ਮਰਜ਼ੀ ਕਹਿ ਲਓ, ਸੁੱਖ ਸੁਵਿਧਾ ਆਪਣੇ ਪਰਿਵਾਰ ਨੂੰ ਦੇਣ ਦੇ ਲਈ ਜਿਹੜੀਆਂ ਚੀਜ਼ਾਂ ਸਾਡੇ ਕੋਲ ਸਿੱਧੇ ਤੌਰ ਤੇ ਅਸੀਂ ਪੈਸੇ ਦੇ ਕੇ ਨਹੀਂ ਖਰੀਦ ਸਕਦੇ, ਉਹਨਾਂ ਨੂੰ ਅਸੀਂ ਕਰਜ਼ੇ ਲੈ ਕੇ ਕਿਸ਼ਤਾਂ ਦੇ ਉੱਤੇ ਉਹ ਸੁਵਿਧਾਵਾਂ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਹ 60% ਵਿੱਚੋਂ ਲਗਭਗ 30% ਉਹ ਲੋਕ ਨੇ ਜਿਹੜੇ ਲੋਅਰ ਮਿਡਲ ਕਲਾਸ ਵਿੱਚ ਆਉਂਦੇ ਨੇ, ਜਿਹੜੇ ਕਿ ਬਿਲਕੁਲ ਗਰੀਬੀ ਤੇ ਅਮੀਰੀ ਦੇ ਮਿਡਲ ਕਲਾਸ ਦੇ ਇੱਕ ਥਿਨ ਜਿਹੜੀ ਪਤਲੀ ਰੇਖਾ, ਉਸ ਰੇਖਾ ਦੇ ਉੱਤੇ ਨੇ ਕਿ ਥੋੜਾ ਜਿਹਾ ਝਟਕਾ ਲੱਗਿਆ ਉਹਨਾਂ ਨੇ ਗਰੀਬੀ 'ਚ ਆ ਜਾਣਾ। ਓਕੇ। ਤੇ ਬੜੇ ਜ਼ੋਰ ਲਾ ਕੇ ਉਹ ਆਪਣੇ ਆਪ ਨੂੰ ਮਿਡਲ ਕਲਾਸ ਦੇ ਵਿੱਚ ਮੇਨਟੇਨ ਕਰਕੇ ਰੱਖ ਰਹੇ ਨੇ। ਔਰ ਤਰਾਸਦੀ ਉਹਨਾਂ ਦੀ ਇਹ ਹੁੰਦੀ ਆ ਕਿ ਜਿਹੜੇ ਕਿਸ਼ਤਾਂ ਚੱਲਦੀਆਂ ਨੇ, ਜਿਹੜਾ ਕੁਝ ਲੋਨ ਉਹਨਾਂ ਦੇ ਚੱਲਦੇ ਨੇ, ਉਹ ਕਈ ਵਾਰੀ ਉਹ ਆਮਦਨ ਦੇ ਮੁਤਾਬਕ ਉਹ ਘਰ ਵਿੱਚ ਬਚਤ ਜਿਹੜੀ ਬਚਦੀ ਆ, ਉਹ ਸਿਰਫ ਘਰ ਦਾ ਰਾਸ਼ਨ ਪਾਣੀ ਜੋਗਾ ਹੀ ਬਚਦੀ ਆ। ਕਿਉਂ? ਬੱਚੇ ਪੜ੍ਹਾਉਣੇ ਨੇ ਤਾਂ ਥੋੜੇ ਜਿਹੇ ਵਧੀਆ ਸਟੈਂਡਰਡ ਦੇ ਸਕੂਲ 'ਚ ਪੜ੍ਹਾਉਣੇ ਨੇ, ਤੇ ਉਹਦੀਆਂ ਫੀਸਾਂ ਕਿੱਥੋਂ ਕਰਨੀਆਂ ਨੇ ਅਸੀਂ। ਉਸ ਤੋਂ ਇਲਾਵਾ ਘਰ ਦੇ ਵਿੱਚ ਸਕੂਟਰ, ਮੋਟਰਸਾਈਕਲ ਜਾਂ ਛੋਟੀ ਕਾਰ ਵੀ, ਕਿਉਂਕਿ ਫੈਮਿਲੀ ਦੀ ਹਰੇਕ ਦੀ ਜ਼ਰੂਰਤ ਹੈ ਇਸ ਵੇਲੇ, ਜ਼ਿਆਦਾ ਮਹਿੰਗੀ ਨਹੀਂ, ਘੱਟ ਮਹਿੰਗੀ ਗੱਡੀ ਲੈ ਲੇਗਾ, ਤੇ ਉਹਦੇ ਚੱਲਣ ਦੇ ਜਿਹੜੇ ਖਰਚੇ ਨੇ। ਫਿਰ ਘਰ ਦੇ ਵਿੱਚ ਮੈਂ ਇੱਕ ਹੋਰ ਇੱਥੇ ਗੱਲ ਸ਼ੇਅਰ ਕਰਨੀ ਚਾਹੁੰਦਾ ਆਪ ਜੀ ਨਾਲ ਕਿ ਪਿੱਛੇ ਇੱਕ ਦੋਸਤ ਨਾਲ ਗੱਲ ਹੋਈ ਕਿ ਉਹ ਕਹਿੰਦੇ ਜੀ ਅਸੀਂ ਲੁਧਿਆਣੇ ਤੋਂ ਮੂਵ ਹੋ ਕੇ ਕਪੂਰਥਲੇ ਚਲੇ ਗਏ ਹਾਂ, ਲੋਕਡਾਊਨ ਤੋਂ ਪਹਿਲਾਂ ਗਏ ਹਾਂ, ਔਰ ਲੁਧਿਆਣੇ ਦਾ ਘਰ ਉਹਨਾਂ ਨੇ ਲੌਕ ਕਰ ਦਿੱਤਾ। ਲੁਧਿਆਣੇ ਦਾ ਘਰ ਲੌਕ ਕਰ ਦਿੱਤਾ ਤੇ ਬਿਜਲੀ ਦਾ ਬਿੱਲ ਜਿਹੜਾ 2 ਮਹੀਨੇ ਦਾ ਆ 1500 ਰੁਪਏ। ਇੱਕ ਦੋਸਤ ਦੀ ਫੈਕਟਰੀ ਆ, ਉਹ ਫੈਕਟਰੀ ਬੰਦ ਪਈ ਆ ਪਿਛਲੇ 2 ਮਹੀਨੇ ਤੋਂ, ਉਹਨਾਂ ਦਾ ਬਿਜਲੀ ਦਾ ਬਿੱਲ ਆਇਆ 1.5 ਲੱਖ ਰੁਪਏ। ਵੀਰ ਜੀ ਕਿੱਥੋਂ ਆ ਰਹੇ ਨੇ ਬਿੱਲ? ਤੇ ਅਸੀਂ ਕਿਉਂ ਪੇ ਕਰੀਏ? ਖਰਚੇ ਸਿਰ ਤੇ ਚੜੇ ਹੋਏ ਨੇ, ਅਗਲੇ ਪਾਸੇ ਕੁਝ ਨਹੀਂ ਚੱਲਦਾ। ਔਰ ਖਰਚਿਆਂ ਦੇ ਵਿੱਚ ਸਰਕਾਰ ਨੇ ਇਸ 60% ਮਿਡਲ ਕਲਾਸ ਪਾਪੂਲੇਸ਼ਨ ਨੂੰ, ਆਬਾਦੀ ਨੂੰ, ਭਾਰਤ ਨੂੰ ਕੋਈ ਮਦਦ ਨਹੀਂ ਕੀਤੀ। ਆ ਗੱਡੀ ਖੜੀ ਇਹਦੇ ਘਰ, ਔਰ ਉਹਦੇ ਅੱਛਾ ਅਗਲੀ ਤਰਾਸਦੀ ਕਿਸ਼ਤਾਂ ਕਿੰਨੀਆਂ ਟੁੱਟੀਆਂ ਨੇ ਇਹ ਨਹੀਂ ਦਿਸਦੀਆਂ ਆਪਣੀਆਂ। ਔਰ ਅਗਲੀ ਤਰਾਸਦੀ ਇਹ ਆ ਕਿ ਜਿਹੜੇ ਤਾਂ ਜਦੋਂ ਮੈਂ ਗਰੀਬੀ 'ਚ ਸੀ ਤਾਂ ਮੈਨੂੰ ਆਪਦੇ ਘਰ ਦੀ ਕਿਸੇ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਜੇ ਕਿਸੇ ਭਰਾ ਵੱਲੋਂ ਮਦਦ ਮਿਲਦੀ ਸੀ ਤਾਂ ਮੈਂ ਹੱਥ ਜੋੜ ਕੇ ਉਹ ਮਦਦ ਲੈਂਦਾ ਸੀ। ਉੱਥੇ ਮੇਰੀ ਈਗੋ ਹਰਟ ਨਹੀਂ ਸੀ ਹੁੰਦੀ, ਕਿਉਂਕਿ ਮੈਨੂੰ ਪਤਾ ਹੁੰਦਾ ਸੀ ਇਹ ਘਰ ਦੀ ਜ਼ਰੂਰਤ ਆ। ਔਰ ਮੇਰਾ ਕੋਈ ਸਰਦਾ ਪੁੱਜਦਾ ਭਰਾ ਜਦੋਂ ਮਦਦ ਕਰਦਾ ਸੀ ਤਾਂ ਉਹ ਵੀ ਇਹ ਸੋਚ ਕੇ ਨਹੀਂ ਸੀ ਕਰਦਾ ਮੈਂ ਕੁਝ ਦਾਨ ਕਰ ਰਿਹਾ, ਉਹ ਇੱਕ ਮਦਦ ਦੇ ਤੌਰ ਤੇ ਮੇਰੀ ਮਦਦ, ਸਹਿਯੋਗ ਦੇ ਤੌਰ ਤੇ ਕਰਦਾ ਸੀ। ਉਹ ਲੈਣ 'ਚ ਸਾਨੂੰ ਕੋਈ ਹਰਜ ਨਹੀਂ ਸੀ ਹੁੰਦਾ। ਪਰ ਜਦੋਂ ਮਿਡਲ ਕਲਾਸ ਵਿੱਚ ਅਸੀਂ ਪਹੁੰਚ ਜਾਂਦੇ ਆ ਤਾਂ ਸਾਡੀ ਜਿਹੜੀ ਈਗੋ ਆ, ਉਹ ਈਗੋ ਸਾਨੂੰ ਉਹ ਆਪਣੇ ਭਰਾ ਤੋਂ ਮਦਦ ਲੈਣ ਦੇ ਲਈ ਵੀ ਉਹ ਰੋਕਦੀ ਆ। ਉਹ ਇੱਕ ਫੋਕੀ ਸ਼ੋਹਰਤ, ਫੋਕੀ ਈਗੋ ਹੁੰਦੀ ਆ, ਫੋਕਾ ਸਵੈ ਮਾਣ ਹੁੰਦਾ ਜੀ, ਜਿਹਦੇ ਕਰਕੇ ਔਰ ਅੱਜ ਦੀ ਡੇਟ ਜਿਹੜਾ ਪਿਛਲੇ 2-2.5 ਮਹੀਨੇ ਤੋਂ ਜੇ ਆਪਾਂ ਗੱਲ ਕਰੀਏ ਕਿ ਜਿੰਨੀਆਂ ਆਤਮ ਹੱਤਿਆਵਾਂ ਹੋਈਆਂ ਨੇ, ਜਿੰਨੀਆਂ ਖੁਦਕੁਸ਼ੀਆਂ ਹੋਈਆਂ ਨੇ, ਮੈਨੂੰ ਯਕੀਨ ਆ ਕਿ 90% ਮਿਡਲ ਕਲਾਸ ਫੈਮਲੀਜ਼ ਵਿੱਚੋਂ ਹੋਈਆਂ ਨੇ। ਔਰ ਅਗਲਾ ਸੱਚ ਇਹ ਆ ਕਿ ਇਹੀ 60% ਮਿਡਲ ਕਲਾਸ ਫੈਮਲੀਜ਼ ਦੇ ਵਿੱਚ ਹੀ ਸ਼ੂਗਰ, BP, ਬਲੱਡ ਆਪਣੇ ਦੂਜੀਆਂ ਹਾਰਟ ਅਟੈਕ, ਹਾਰਟ ਦੀਆਂ ਪ੍ਰੋਬਲਮਸ, ਡਿਪਰੈਸ਼ਨ ਦੀਆਂ ਪ੍ਰੋਬਲਮਸ, ਮਾਨਸਿਕ ਬਿਮਾਰੀਆਂ, ਉਹ ਸਭ ਤੋਂ ਜ਼ਿਆਦਾ ਇਸੇ ਕਲਾਸ ਵਿੱਚ ਨੇ। ਉਹਦਾ ਕਾਰਨ ਇਹੀ ਆ ਕਿਉਂਕਿ ਉਹ ਜਿੱਥੇ ਖੜੇ ਹੁੰਦੇ ਨੇ ਨਾ ਜਿਹੜੀ ਰੇਖਾ ਦੇ ਉੱਤੇ, ਉਹ ਥੱਲੇ ਜਾਂਦੇ ਨੇ ਤਾਂ ਮਰਦੇ ਨੇ ਤੇ ਉੱਪਰ ਜਾਣ ਜੋਗੇ ਹੁੰਦੇ ਨਹੀਂ। ਤੇ ਜਦੋਂ ਉਹ ਕਰਜ਼ਾ ਲੈ ਕੇ ਸਾਰਾ ਕੁਝ ਚਲਾਉਂਦੇ ਨੇ ਆਪਣਾ, ਤਾਂ ਜਦੋਂ ਇਹੋ ਜਿਹਾ ਝਟਕਾ ਪੈ ਜਾਵੇ, ਕਿਉਂਕਿ ਇਹ ਝਟਕਾ ਆਮ ਨਹੀਂ ਹੈ, ਜਿਹੜਾ ਇਹ ਕਰੋਨਾ ਕੋਵਿਡ-19 ਦਾ ਝਟਕਾ ਇਹ ਪੂਰੀ ਦੁਨੀਆ ਵਿੱਚ ਫੈਲਿਆ, ਇਹ ਝਟਕਾ ਆਮ ਨਹੀਂ ਹੈ। ਇਹ ਸਾਡੀ ਜ਼ਿੰਦਗੀ 'ਚ ਇੱਕੋ ਵਾਰੀ ਆਇਆ, ਸ਼ਾਇਦ ਅਕਾਲ ਪੁਰਖ ਮਿਹਰ ਕਰੇ ਵੀ ਦੁਬਾਰਾ ਨਾ ਆਵੇ। ਤੇ ਸਾਡੇ ਪਿਛਲੀਆਂ 2 ਪੀੜ੍ਹੀਆਂ ਨੇ ਨਹੀਂ ਦੇਖਿਆ ਇਹ, ਸਾਨੂੰ ਆਦਤ ਨਹੀਂ ਸੀ ਇਹਨੂੰ ਝਟਕੇ ਨੂੰ ਝੱਲਣ ਦੀ। ਤੇ ਇਹ ਜਦੋਂ ਝਟਕਾ ਆਇਆ ਤਾਂ ਜਿਹੜਾ ਅਸੀਂ ਲੈਵਲ ਤੇ ਚੱਲ ਰਹੇ ਸੀ, ਸਾਡੀ ਚਲੋ ਜਿੰਨੀ ਕੁ ਆਮਦਨ ਆਈ ਤੇ ਗੁਜ਼ਾਰਾ ਚੱਲ ਰਿਹਾ, ਚਲੋ ਰੋਟੀ ਪਾਣੀ ਚੱਲੀ ਜਾਂਦਾ। ਜਦੋਂ ਉਹ ਬੰਦ ਹੋ ਗਈ, ਸਰਕਾਰਾਂ ਨੇ ਸਾਨੂੰ ਉਲਟਾ ਬਿਜਲੀ ਦੇ ਬਿੱਲ, ਟੈਲੀਫੋਨ ਦੇ ਬਿੱਲ, ਕਿਸ਼ਤਾਂ ਦੇ ਉੱਤੇ ਵਿਆਜ, ਮੈਂ ਤੁਹਾਨੂੰ ਦੱਸ ਰਿਹਾ ਸੀ ਕਿ 400 ਵਿਆਜ ਨਾਲ ਮੇਰੀ 800 ਵਿਆਜ 'ਚ ਸਰ ਜਾਣਾ ਸੀ 2 ਮਹੀਨਿਆਂ 'ਚ, ਤੇ ਹੁਣ 6 ਮਹੀਨਿਆਂ ਦਾ 4-2400 ਹੋ ਗਿਆ ਜੀ। ਉਹ 1600 ਐਕਸਟਰਾ ਮੈਨੂੰ ਦੇਣਾ ਪੈਣਾ, ਜਦ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਇਸ RBI ਦੀਆਂ ਇੰਸਟਰਕਸ਼ਨਸ ਦੇ ਵਿੱਚ ਇਹ ਐਡ ਕਿਉਂ ਨਹੀਂ ਹੋਇਆ, ਕਿਉਂਕਿ ਜਿਹੜੇ ਮੈਸੇਜ ਆ ਰਹੇ ਨੇ ਉਹ 'ਚ ਸਪੈਸ਼ਲ ਲਿਖਿਆ ਜਾ ਰਿਹਾ ਕਿ ਤੁਹਾਡਾ ਜਿਹੜਾ ਵਿਆਜ ਆ, ਤੁਹਾਡਾ ਇੰਟਰਸਟ ਆ, ਇਨਕਲੂਡ ਉਹ ਵੱਧ ਜਾਏਗਾ ਜੇ 3-6 ਮਹੀਨੇ ਦੀਆਂ ਕਿਸ਼ਤਾਂ ਥੋੜੀਆਂ ਘੱਟ ਜਾਣੀ ਹੁਣ ਨਹੀਂ ਲੈ ਰਹੇ। ਤੇ ਉੱਥੇ ਹੀ ਆ ਗਈ ਨਾ, ਮਰਿਆ ਨਹੀਂ ਆਕੜਿਆ ਵੀ ਜੇ ਤੁਹਾਨੂੰ 2 ਮਹੀਨੇ ਦੀ ਰਾਹਤ ਦੇਤੀ, ਤੁਸੀਂ ਉਹਨੂੰ ਰਾਹਤ ਸਮਝਦੇ ਪਏ, ਪਰ ਅਗਲਿਆਂ ਨੇ ਵਿਆਜ ਠੋਕ ਦਿੱਤਾ ਪਹਿਲਾਂ ਹੀ।
ਉਹਨਾਂ ਦਾ ਸਿਕਿਉਰਡ ਲੋਨ ਬਣ ਗਿਆ, ਉਹਨਾਂ ਦਾ ਤਾਂ ਸਿਕਿਉਰਡ ਲੋਨ ਹੋ ਗਿਆ ਇੱਕ ਤਰ੍ਹਾਂ ਦਾ, ਕਿ ਜਿਹੜੀ ਤੁਹਾਡੀ ਟਰਮ ਦਿੱਤੀ ਸੀ, ਜੇ ਤੁਹਾਨੂੰ 2 ਸਾਲ ਦਾ ਲੋਨ ਦਿੱਤਾ ਸੀ ਤਾਂ ਉਹ 2.5 ਸਾਲ ਦਾ ਬਣ ਗਿਆ ਅਗਲੇ ਦਾ, ਕਿਉਂਕਿ ਉਹਨਾਂ ਨੇ ਤਾਂ ਵਿਆਜ ਤੋਂ ਕਮਾਉਣਾ ਹੁੰਦਾ ਬੈਂਕਾਂ ਨੇ, ਤੇ ਉਹ ਤਾਂ ਕਮਾ ਰਹੇ ਨੇ। ਉਹ ਮਤਲਬ ਅੱਜ ਇਸ ਕੁਦਰਤੀ ਆਫਤ, ਇਸ ਵਿਸ਼ਵ ਦੀ ਇੱਕ ਵੈਸ਼ਵਿਕ ਮਹਾਮਾਰੀ ਦੇ ਮੌਕੇ ਵੀ ਸਾਡੀ ਸਰਕਾਰ ਕਮਾ ਰਹੀ ਆ ਜੀ, ਔਰ ਸਾਡੇ ਤੋਂ ਕਮਾ ਰਹੀ ਆ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈ। ਵੀਰ ਜੀ ਇਦੋਂ ਵੱਡੀ ਤਰਾਸਦੀ ਹੈ ਇਸ ਦੁਨੀਆ ਦੇ ਤੇ ਬਿਲਕੁਲ ਕੀ ਜੀ। ਹੋਏਗੀ? ਤੁਸੀਂ ਇੱਕ ਤਸਵੀਰ ਜਿਹੜੀ ਪੇਸ਼ ਕਰ ਦਿੱਤੀ ਹੈ ਨਾ 2-2.5 ਮਹੀਨਿਆਂ ਦੀ, ਬਹੁਤ ਇੰਜ ਕਹਿਣਾ ਵੀ ਖਤਰਨਾਕ ਜੀ ਤਸਵੀਰ ਹੈ। ਜੀ, ਵਾਹਿਗੁਰੂ ਕਿਰਪਾ ਕਰੇ ਵੀ ਇਹ ਤਸਵੀਰ ਦੁਬਾਰਾ ਨਾ ਦੁਬਾਰਾ ਨਾ ਦੱਸੇ। ਦੱਸੇ। ਸੋ ਦੋਸਤੋ, ਇਹ ਸਨ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ, ਜਿਨ੍ਹਾਂ ਨੇ ਬੜੇ ਸੁੰਦਰ ਢੰਗ ਦੇ ਨਾਲ ਉਸ ਦਰਦਨਾਕ ਤਸਵੀਰ ਨੂੰ ਪੇਸ਼ ਕੀਤਾ ਹੈ ਜਿਹੜੀ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਚੱਲਦੀ ਪਈ ਹੈ, ਜਿਹਦੇ ਵਿੱਚ ਕੁਝ ਸਿਆਸੀ ਲੋਕ ਵੋਟਾਂ ਆਪਣੀਆਂ ਦੇਖ ਰਹੇ ਨੇ, ਕੁਝ ਲੋਕ ਐਸੇ ਨੇ ਜਿਹੜੇ ਸਿਰਫ ਔਰ ਸਿਰਫ ਰਾਜਨੀਤੀ ਚਮਕਾ ਰਹੇ ਨੇ, ਕੁਝ ਲੋਕ ਐਸੇ ਨੇ ਜਿਹੜੀ ਆਪਣੀ ਕੌਮ ਨੂੰ ਪੱਠੇ ਵੀ ਪਾ ਰਹੇ ਨੇ। ਭੁੱਖ ਬੜੀ ਪ੍ਰਕਾਰ ਦੀ ਹੈ, ਜੇ ਗੁਰਬਾਣੀ ਦੇ ਵਿੱਚ ਸ਼ਬਦ ਹੁੰਦਾ ਭੁੱਖਾਂ, ਤੇ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਬੜੀ ਪ੍ਰਕਾਰ ਦੀ ਭੁੱਖ ਹੁੰਦੀ ਹੈ। ਸੋ ਮੇਰਾ ਮੰਨਣਾ ਇਹ ਹੈ ਵੀ ਇਹ ਵਕਤ ਇਹਨਾਂ ਚੀਜ਼ਾਂ ਦਾ ਨਹੀਂ ਸੀ, ਔਰ ਇਹਨਾਂ ਦਿਨਾਂ ਵਿੱਚ ਕਈ ਦੇਖਿਆ ਮੈਂ ਦੂਸ਼ਣਬਾਜ਼ੀਆਂ ਵੀ ਇੱਕ ਦੂਜੇ ਤੇ ਬੜੀਆਂ ਲਾ ਰਹੇ ਨੇ। ਮੈਂ ਤੇ ਸਗੋਂ ਚਾਹਾਂਗਾ ਵੀ ਇਹਨਾਂ ਦਿਨਾਂ ਵਿੱਚ ਜਿਹੜਾ ਕਿਸੇ ਤੇ ਨਿੱਜੀ ਦੂਸ਼ਣਬਾਜ਼ੀਆਂ ਵੀ ਕਰਦਾ ਪਿਆ ਨਾ, ਸਰਕਾਰ ਵੱਲੋਂ ਉਹਨਾਂ ਨੂੰ ਸ਼ਿਕੰਜੇ ਵਿੱਚ ਕੱਸਿਆ ਜਾਣਾ ਚਾਹੀਦਾ ਹੈ ਵੀ ਵਕਤ ਕਿਹੜਾ ਚੱਲਦਾ ਪਿਆ ਹੈ ਤੇ ਤੂੰ ਲੋਕਾਂ ਨੂੰ ਕਿਸ ਤਰੀਕੇ ਨਾਲ ਭੜਕਾ ਰਿਹਾ ਹੈ। ਇਸ ਕਰਕੇ ਮੇਰਾ ਮੰਨਣਾ ਇਹ ਹੈ। ਸੋ ਦੋਸਤੋ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਫਿਰ ਹਾਜ਼ਰ ਹੋਵਾਂਗਾ। ਵਕਤ ਤੇ ਹਾਲਾਤਾਂ ਦੇ ਉੱਪਰ ਇੱਕ ਛੋਟੀ ਜੀ ਪੇਸ਼ਕਸ਼ ਤੁਹਾਡੇ ਅੱਗੇ ਰੱਖਾਂਗੇ। ਸੋ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।